ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਖਣਾ ਸਾਈਂ ਨਾਮ ਅਮੋਲ, ਕੀਮ ਨ ਕੋਈ ਜਾਣਦੋ। ਜਿਨਾ ਭਾਗ ਮਥਾਹੇ, ਸੇ ਨਾਨਕ ਹਰ ਰੰਗ ਮਾਨਦੋ। ਸਾਈਂ ਨਾਮਿ ਅਮੋਲ, ਕੀਮ ਨ ਕੋਈ ਜਾਣਦੋ। ਜਿਨਾ ਭਾਗ ਮਥਾਹੇ, ਸੇ ਨਾਨਕ ਹਰ ਰੰਗ ਮਾਨਦੋ। ਛੰਤ ਕਹਿਤੇ ਪਵਿੱਤਰ, ਸੁਣਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ। ਜਿਨ ਕਉ ਸਾਧੂ ਸੰਗ, ਨਾਮ ਹਰ ਰੰਗ, ਤਿਨੀ ਬ੍ਰਹਮ ਵਿਚਾਰਿਆ ਜੀਓ। ਜਿਨ ਕਉ ਸਾਧੂ ਸੰਗ, ਨਾਮ ਹਰ ਰੰਗ, ਤਿਨੀ ਬ੍ਰਹਮ ਵਿਚਾਰਿਆ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਛਤਰ ਚੌਬਰ ਤਖਤ ਦੇ ਮਾਲਕ ਆਪ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਬਚਨ ਚੱਲ ਰਹੇ ਸੀ ਜਦੋਂ ਕੁਝ ਸਿੰਧੀ ਲੋਕਾਂ ਨੇ ਆ ਕਰਕੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਔਰ ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਦੱਸੀ ਕਿ ਮਹਾਰਾਜ ਸਾਨੂੰ ਵੀ ਉਸ ਪਰਮੇਸ਼ਰ ਦੇ ਦਰਸ਼ਨ ਕਰਾਓ। ਉਹ ਕੈਸਾ ਹੈ, ਉਸ ਦਾ ਸਰੂਪ ਕੈਸਾ ਹੈ, ਉਹ ਕਿਹਨਾਂ ਨੂੰ ਮਿਲਦਾ ਹੈ, ਕਿਵੇਂ ਮਿਲਦਾ ਹੈ, ਉਸ ਦੇ ਬਾਰੇ ਕੁਝ ਦੱਸਣਾ ਕਰੋ। ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਉਚਾਰਿਆ ਸੀ, ਸੰਤ ਸਰਨਾਈ ਲੱਭਣੇ, ਨਾਨਕ ਪ੍ਰਾਣ ਆਧਾਰ। ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਕੇ ਹੀ ਉਸ ਦੇ ਦਰਸ਼ਨ ਹੋ ਸਕਦੇ ਹਨ। ਸਤਸੰਗ ਵਿੱਚੋਂ ਹੀ ਉਹ ਮਿਲਦਾ ਹੈ। ਕੱਲ੍ਹ ਗੱਲ ਚੱਲ ਰਹੀ ਸੀ ਕਿ ਉਹ ਕਿਹਨਾਂ ਨੂੰ ਮਿਲਦਾ ਹੈ। ਕਹਿੰਦੇ ਜਿਨ੍ਹਾਂ ਨੂੰ ਉਹ ਆਪਦੇ ਬਣਾ ਲੈਂਦਾ ਹੈ। ਆਪਦੇ ਕਿਹਨਾਂ ਨੂੰ ਬਣਾਉਂਦਾ ਹੈ? ਜਿਹੜੇ ਪ੍ਰੇਮਾ ਭਗਤੀ ਕਰਦੇ ਆ। ਜਿਨ੍ਹਾਂ ਨੂੰ ਆਪਦੇ ਬਣਾ ਲੈਂਦਾ ਉਹਨਾਂ ਦੇ ਤਾਂ ਘਰ ਜਾ ਕੇ ਵੀ ਮਿਲ ਲੈਂਦਾ। ਜਿਵੇਂ ਭਗਤਾਂ ਦੀ ਰਕਸ਼ਾ ਕੀਤੀ, ਭਗਤਾਂ ਦੇ ਕੋਲ ਪਹੁੰਚਿਆ, ਪ੍ਰਹਿਲਾਦ ਦੀ ਰਕਸ਼ਾ ਕੀਤੀ, ਨਾਮਦੇਵ ਦੀ ਰਕਸ਼ਾ ਕੀਤੀ, ਭਗਤ ਕਬੀਰ ਸਾਹਿਬ ਜੀ ਨੂੰ ਪਿਆਰ ਕੀਤਾ। ਇਹਨਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਕੀਤੀ। ਕਿਹਨਾਂ ਨੂੰ ਆਪਦੇ ਬਣਾਉਂਦਾ ਹੈ? ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ। ਪ੍ਰੇਮ ਠਗੌਰੀ ਪਾਏ, ਰਿਝਾਏ ਗੋਬਿੰਦ, ਮਨ ਮੋਹਿਆ ਜੀਓ। ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਕੇ ਪਰਮੇਸ਼ਰ ਨੂੰ ਮੋਹ ਲਿਆ, ਆਪਣਾ ਬਣਾ ਲਿਆ, ਪਰਮੇਸ਼ਰ ਨੇ ਉਹਨਾਂ ਦਾ ਬਣ ਗਿਆ ਅਤੇ ਪਰਮੇਸ਼ਰ ਉਹਨਾਂ ਨੂੰ ਆਪਣੇ ਗਲੇ ਲਾ ਲੈਂਦਾ ਹੈ, ਆਪਣੇ ਬਣਾ ਲੈਂਦਾ ਹੈ, ਇੱਕ ਮਿੱਕ ਹੋ ਜਾਂਦੇ ਹਨ ਉਹ ਪਰਮੇਸ਼ਰ ਨਾਲ। ਫਿਰ ਅਗਲਾ ਸਵਾਲ ਪੈਦਾ ਕੀਤਾ, ਸੰਗਤ ਨੇ ਬੇਨਤੀ ਕੀਤੀ, ਉਹਦੇ ਨਾਮ ਦੀ ਮਹਿਮਾ ਕੀ ਹੈ? ਉਸ ਦੇ ਨਾਮ ਦਾ ਮੁੱਲ ਕੀ ਹੈ? ਉਹਨੂੰ ਕਿਵੇਂ ਪਾਇਆ ਜਾ ਸਕਦਾ?
ਤਾਂ ਅਗਲਾ ਪਦਾ ਪੰਜਵਾਂ ਪਦਾ ਇਹ ਸ਼ਬਦ ਦਾ ਜੋ ਅੰਗ 81 ਉੱਪਰ ਸੁਭਾਏਮਾਨ ਹੈ, ਸਤਿਗੁਰੂ ਜੀ ਉਚਾਰਨ ਕਰਦੇ ਹਨ ਉਹਨਾਂ ਦੀ ਹੀ ਭਾਸ਼ਾ ਵਿੱਚ, ਬੋਲੀ ਵਿੱਚ। ਦੱਖਣਾ ਜੋ ਤੋ ਕੀਨੇ ਆਪਣੇ, ਜਿਨ੍ਹਾਂ ਨੂੰ ਤੂੰ ਆਪਣੇ ਬਣਾ ਲਿਆ। ਅਗਲਾ ਪਦਾ ਦੱਖਣਾ ਸਾਈਂ ਨਾਮੀ ਅਮੋਲ, ਕੀਮ ਨ ਕੋਈ ਜਾਣਦੋ। ਜਦੋਂ ਉਹਨਾਂ ਨੇ ਪੁੱਛਿਆ ਉਹਦੇ ਨਾਮ ਦੀ ਮਹਿਮਾ ਦੱਸ ਦਿਓ ਫਿਰ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ ਨਾਮ ਦੀ ਮਹਿਮਾ ਨੂੰ ਕੋਈ ਨਹੀਂ ਜਾਣ ਸਕਦਾ, ਭਾਵ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਵੇਂ ਸਮੁੰਦਰ ਦਾ, ਸਾਗਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੇ ਵਿੱਚੋਂ ਕੋਈ ਮੋਤੀ ਲੱਭ ਲੈਂਦਾ ਤੇ ਕੋਈ ਘੋਗੇ ਸਿੱਪੀਆਂ ਲੈ ਕੇ ਮੁੜ ਜਾਂਦਾ। ਇਸੇ ਤਰ੍ਹਾਂ ਪਰਮੇਸ਼ਰ ਸਾਗਰ ਹੈ, ਸਮੁੰਦਰ ਹੈ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਗੁਰੂ ਸਾਗਰ ਸਰੂਪ ਹੈ, ਰਤਨਾਂ ਦਾ ਭਰਿਆ ਹੋਇਆ ਹੈ। ਪਰਮੇਸ਼ਰ ਦੇ ਪਿਆਰੇ ਸੰਤ ਸਰੂਪ ਇਹਦੇ ਚਰਨਾਂ ਵਿੱਚ ਬੈਠ ਕੇ ਇਹ ਨਾਮ ਦੇ ਮੋਤੀ ਚੁੱਕਦੇ ਹਨ। ਪਰਮੇਸ਼ਰ ਸਾਗਰ ਨੂੰ, ਗੁਰੂ ਸਾਗਰ ਨੂੰ ਛੱਡ ਕੇ ਦੂਰ ਨਹੀਂ ਜਾਂਦੇ, ਹਰੀ ਦੇ ਨਾਮ ਦੀ ਚੋਗ ਚੁੱਕਦੇ ਹਨ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸੇ ਤਰ੍ਹਾਂ ਹੀ ਇਸ ਪਰਮੇਸ਼ਰ ਦੇ ਨਾਮ ਦਾ ਕੋਈ ਅੰਤ ਨਹੀਂ ਹੈ। ਸਾਈਂ ਨਾਮ ਅਮੋਲ, ਕੀਮ ਨ ਕੋਈ ਜਾਣਦੋ। ਜਿਸ ਤਰ੍ਹਾਂ ਇੱਕ ਵਾਰ ਭਾਈ ਸਾਹਿਬ ਭਾਈ ਮਰਦਾਨਾ ਜੀ ਅਤੇ ਧੰਨ ਗੁਰੂ ਨਾਨਕ ਦੇਵ ਜੀ ਤੁਰੇ ਜਾ ਰਹੇ ਹਨ। ਤੇ ਪਾਟਲੀਪੁਰ ਪੁੱਤਰ ਭਾਵ ਪਟਨਾ ਸਾਹਿਬ ਸ਼ਹਿਰ ਜਿਹੜਾ ਹੈ, ਇਸ ਦਾ ਪਹਿਲਾ ਨਾਮ ਹੋਰ ਸੀ। ਇਹ ਕਿਸੇ ਵੇਲੇ ਰਾਜਧਾਨੀ ਵੀ ਰਹੀ ਆ। ਤੁਰੇ ਜਾ ਰਹੇ ਸਨ, ਉਹ ਸ਼ਹਿਰ ਨੇੜੇ ਸੀ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਭੁੱਖ ਬੜੀ ਲੱਗੀ ਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਅੱਗੇ ਨਗਰ ਆਵੇਗਾ, ਸ਼ਹਿਰ ਆਵੇਗਾ, ਕੋਈ ਗੱਲ ਨਹੀਂ, ਉੱਥੇ ਤਾਂ ਕੇ ਤੈਨੂੰ ਛਕਾ ਦਿਆਂਗੇ। ਮਰਦਾਨਾ ਕਹਿੰਦਾ ਜੀ ਸ਼ਹਿਰ ਵਾਲਿਆਂ ਨੇ ਕਿਹੜਾ ਫਰੀ ਦੇ ਦੇਣਾ ਆਪਾਂ ਨੂੰ, ਪੱਲੇ ਤਾਂ ਕੁਛ ਹੈ ਹੀ ਨਹੀਂ ਗਾ ਆਪਣੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਕੀ ਹੋਇਆ ਮਰਦਾਨਿਆ, ਲੈ ਪੱਲੇ ਬੰਨ੍ਹਣਾ ਤੇ ਪੱਲੇ ਬੰਨ੍ਹ ਲਾ। ਇੰਨਾ ਕਹਿ ਕੇ ਧੰਨ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਧਰਤੀ ਵਿੱਚ ਠੇਡਾ ਮਾਰਿਆ ਤੇ ਇੱਕ ਬੜਾ ਹੀ ਕੀਮਤੀ ਲਾਲ ਕੱਢਿਆ। ਤੇ ਉਹ ਲਾਲ ਜਿਹੜਾ ਸੀ ਮਰਦਾਨੇ ਨੂੰ ਕਹਿੰਦੇ ਪੱਲੇ ਬੰਨ੍ਹ ਲਾ। ਮਰਦਾਨੇ ਨੇ ਚੱਕਿਆ, ਕੱਪੜੇ ਨਾਲ ਸਾਫ਼ ਕੀਤਾ, ਜਿਹੜਾ ਪਰਨਾ ਮੋਢੇ 'ਤੇ ਹੁੰਦਾ ਹੈ ਉਸ ਪਰਨੇ ਦੇ ਲੜ ਹੀ ਬੰਨ੍ਹ ਲਿਆ ਤੇ ਚੱਲਦੇ ਹੋਏ ਸ਼ਹਿਰ ਦੇ ਵਿੱਚ ਪਹੁੰਚ ਗਏ। ਸ਼ਹਿਰ ਦੇ ਬਾਹਰ ਬੈਠ ਗਏ, ਫਿਰਨੀ 'ਤੇ ਬਹਿ ਗਏ। ਮਰਦਾਨਾ ਕਹਿੰਦਾ ਜੀ ਹੁਣ, ਕਹਿੰਦੇ ਹੁਣ ਜਾ ਸ਼ਹਿਰ ਵਿੱਚ ਇਹਨੂੰ ਵੇਚ ਕੇ ਖਾਇਆ ਜੇ ਕੁਛ ਖਾਣਾ ਹੈ। ਭਾਈ ਮਰਦਾਨਾ ਜੀ ਕਹਿੰਦੇ ਜੀ ਕਿੰਨੇ ਕੁ ਦਾ ਵਿਕ ਜੂਗਾ? ਪਾਤਸ਼ਾਹ ਕਹਿੰਦੇ ਮੈਨੂੰ ਨਹੀਂ ਪਤਾ, ਇਹ ਤੂੰ ਜਾ ਕੇ ਪੁੱਛ ਕਿਸੇ ਦੁਕਾਨਦਾਰ ਨੂੰ। ਵੈਸੇ ਇਹਨੂੰ ਲਾਲ ਕਹਿੰਦੇ ਆ। ਮਰਦਾਨਾ ਉਹ ਲਾਲ ਲੈ ਕਰਕੇ ਨਗਰ 'ਚ ਗਿਆ, ਦੁਕਾਨਦਾਰਾਂ ਨੂੰ ਪੁੱਛਦਾ ਹੈ ਬਈ ਆਹ ਵੇਚਣਾ ਹੈ ਅਸੀਂ। ਜਿਨ੍ਹਾਂ ਨੂੰ ਉਹਦੀ ਪਛਾਣ ਨਹੀਂ ਸੀ ਉਹ ਉਹਦਾ ਮੁੱਲ ਪਾਉਂਦੇ ਆ 3 ਪੈਸੇ। ਕੋਈ ਕਹਿੰਦਾ ਭਾਈ ਸਾਡੇ ਕੰਮ ਦਾ ਤਾਂ ਹੈ ਨਹੀਂ, ਤੱਕੜੀ ਦੇ ਬੋਦੇ ਨਾਲ ਬੰਨ੍ਹ ਦਾਂਗੇ, ਤੈਨੂੰ ਪਸੇਰੀ ਮਠਿਆਈ ਦੇ ਦਿੰਦੇ ਆ। ਮਰਦਾਨਾ ਕਹਿੰਦਾ ਯਾਰ ਇਹਨੂੰ ਲਾਲ ਕਹਿੰਦਾ ਸੀ ਮੇਰਾ ਮਾਲਕ, ਲਾਲ ਤਾਂ ਕਹਿੰਦੇ ਬੜੇ ਮਹਿੰਗੇ ਹੁੰਦੇ ਆ। ਕਹਿੰਦੇ ਨਾ ਨਾ ਕਿਹੜਾ ਲਾਲ ਹੈ, ਕੰਚ ਦਾ ਮਣਕਾ ਜਿਹਾ ਲੱਗਦਾ ਸਾਨੂੰ ਤਾਂ। ਕੋ ਸਤਨਾਮ ਸ੍ਰੀ।
ਅਸੀਂ ਇਦੋਂ ਵੱਧ ਨਹੀਂ ਦੇ ਸਕਦੇ। ਕਈ ਦੁਕਾਨਾਂ 'ਤੇ ਗਏ ਆ, ਸਾਰੇ ਇੱਦਾਂ ਹੀ ਮੁੱਲ ਪਾਉਂਦੇ ਆ। ਭਾਈ ਮਰਦਾਨਾ ਮੁੜ ਕੇ ਆ ਗਏ, ਕਹਿੰਦੇ ਮਹਾਰਾਜ ਜੀ ਕੋਈ ਤਾਂ ਪਸੇਰੀ ਮਠਿਆਈ ਦਿੰਦਾ, ਕੋਈ 2 ਸੇਰ ਆਟਾ ਕਹਿੰਦਾ ਲੈ ਜਾਓ, ਕੋਈ ਕਹਿੰਦਾ ਭਾਈ 3 ਕੁ ਪੈਸੇ ਲੈ ਜਾ, ਦੱਸੋ ਖਾਏ ਕਿੰਨੇ ਕੁ ਦਾ। ਬਾਬਾ ਜੀ ਕਹਿੰਦੇ ਇਹ ਮਰਦਾਨਿਆਂ ਉਹਨਾਂ ਨੂੰ ਇਹਦੇ ਮੁੱਲ ਦਾ ਨਹੀਂ ਪਤਾ। ਫਿਰ ਕਿਹਨੂੰ ਪਤਾ ਹੋਊਗਾ? ਕਹਿੰਦੇ ਕਿਸੇ ਜੌਹਰੀ ਨੂੰ ਦਿਖਾ, ਇੱਥੇ ਇੱਕ ਸਾਲਸਰਾ ਜੌਹਰੀ ਰਹਿੰਦਾ, ਉਹਨੂੰ ਪਤਾ ਕਰ। ਪੁੱਛਦਾ ਪਛਾਉਂਦਾ ਸਾਲਸਰਾ ਜੌਹਰੀ ਦੇ ਘਰ ਪਹੁੰਚ ਗਿਆ। ਬਾਹਰ 'ਚੋਂ ਆਵਾਜ਼ ਮਾਰੀ ਤੇ ਅੱਗੋਂ ਉਹਦਾ ਨੌਕਰ ਅਧਰਕਾ ਬਾਹਰ ਆਇਆ। ਹਾਂ ਭਾਈ ਦੱਸ। ਮਰਦਾਨਾ ਕਹਿੰਦਾ ਜੀ ਆਹ ਮਾਲ ਵੇਚਣਾ ਹੈ। ਵਪਾਰੀ ਮਾਲ ਹੀ ਕਹਿੰਦੇ ਆ, ਹਰੇਕ ਚੀਜ਼ ਨੂੰ, ਪਸ਼ੂਆਂ ਨੂੰ ਵੀ ਮਾਲ ਕਹਿ ਦਿੰਦੇ ਆ, ਜ਼ਮੀਨ ਨੂੰ ਵੀ ਮਾਲ ਕਹਿ ਦਿੰਦੇ ਆ। ਅੱਛਾ, ਅਧਰਕਾ ਨੌਕਰ ਕਹਿੰਦਾ ਮਾਲਕ ਨੂੰ ਪੁੱਛ ਲਾ ਆ ਕੇ, ਤੇ ਭਾਈ ਮਰਦਾਨੇ ਨੂੰ ਅੰਦਰ ਲੈ ਗਿਆ। ਹਾਂ ਭਾਈ, ਮਰਜਿਆ ਮਾਲ ਹੈ, ਇੱਕ ਲਾਲ ਹੈ, ਇੱਕ ਰਤਨ ਹੈ, ਇਸ ਨੂੰ ਦੇਖੋ ਵੇਚਣਾ ਅਸੀਂ। ਕਹਿੰਦੇ ਸਾਲਸਰਾਏ ਨੇ ਜਦ ਚੱਕ ਕੇ ਉਹ ਦੇਖਿਆ ਤੇ ਪਹਿਲਾਂ ਤਾਂ ਉਸ ਲਾਲ ਨੂੰ ਮੱਥੇ ਟੇਕਣ ਲੱਗਿਆ। ਫਿਰ ਸਾਲਸਰਾਏ ਨੇ 100 ਸਵਾ 100 ਰੁਪਈਏ ਦੀ ਥੈਲੀ ਚੱਕ ਕੇ ਫੜਾਤੀ, ਕਹਿੰਦੇ ਆਹ ਲੈ। ਹੁਣ ਮਰਦਾਨਾ ਥੈਲੀ ਦੇਖ ਕੇ, ਚਾਂਦੀ ਦੇ ਰੁਪਈਆਂ ਦੀ, ਉਦੋਂ ਰੁਪਈਆ ਚਾਂਦੀ ਦਾ ਹੁੰਦਾ ਸੀ, ਥੈਲੀ ਦੇਖ ਕੇ ਹੈਰਾਨ ਹੋ ਗਿਆ। ਕਹਿੰਦਾ ਜੀ ਇੰਨੇ ਦਾ ਇਹ? ਜੌਹਰੀ ਕਹਿਣ ਲੱਗਿਆ ਇਹ ਮੁੱਲ ਨਹੀਂ ਹੈਗਾ, ਇਹ ਤਾਂ ਇਹਦੀ ਦਰਸ਼ਨੀ ਭੇਟਾ ਹੀ ਹੈ। ਇਹਦੇ ਉੱਤੇ ਲਿਖਿਆ ਹੈ ਵੀ ਜਿਹੜਾ ਇਸ ਲਾਲ ਦੇ ਦਰਸ਼ਨ ਕਰੇ, ਪਹਿਲਾਂ ਇਹਦੀ ਦਰਸ਼ਨੀ ਭੇਟਾ ਦੇਵੇ, ਮੁੱਲ ਫੇਰ ਕਰੇ। ਹੁਣ ਤੂੰ ਦੱਸ ਵੀ ਲੈਣੇ ਕਿੰਨੇ ਆ? ਮਰਦਾਨਾ ਕਹਿੰਦਾ ਮੈਨੂੰ ਤਾਂ ਪਤਾ ਨਹੀਂਗਾ, ਤੂੰ ਦੱਸ ਨੇ ਇਹਦਾ ਮੁੱਲ ਕੀ ਆ? ਜੌਹਰੀ ਕਹਿੰਦਾ ਮੈਨੂੰ ਇਹਦੇ ਮੁੱਲ ਦਾ ਨਹੀਂ ਪਤਾ, ਇਹ ਤਾਂ ਮੈਂ ਵੇਖੇ ਪਹਿਲੀ ਵਾਰ ਆ, ਇਹੋ ਜਿਹਾ ਲਾਲ ਤਾਂ ਮੈਂ ਕਦੇ ਵੇਖਿਆ ਹੀ ਨਹੀਂ। ਇਹਦੇ ਉੱਤੇ ਲਿਖਿਆ ਹੈ ਵੀ ਜਿਹੜਾ ਦਰਸ਼ਨ ਕਰੇ ਉਹ ਪਹਿਲਾਂ ਇਸ ਦੀ ਦਰਸ਼ਨੀ ਭੇਟਾ ਦੇਵੇ। ਮਰਦਾਨੇ ਨੂੰ ਪੁੱਛਦਾ ਵੀ ਤੂੰ ਦੱਸ ਲੈਣੇ ਕਿੰਨੇ ਆ, ਮੈਂ ਓਨੇ ਦੇ ਦੇਣਾ। ਮਰਦਾਨਾ ਕਹਿੰਦਾ ਮੈਨੂੰ ਮੁੱਲ ਦਾ ਨਹੀਂ ਪਤਾ। ਕਹਿੰਦੇ ਫਿਰ ਤੂੰ ਉਹ ਦਰਸ਼ਨੀ ਭੇਟਾ ਤਾਂ ਲਈ ਜਾ, ਆਪਦੇ ਮਾਲਕ ਨੂੰ ਪੁੱਛਿਆ ਕਿੰਨੇ ਦਾ ਵੇਚਣਾ ਹੈ। ਕਹਿੰਦੇ ਮਰਦਾਨਾ ਉਹ ਥੈਲੀ ਰੁਪਈਆਂ ਦੀ ਲੈ ਕੇ ਬਾਬੇ ਨਾਨਕ ਜੀ ਕੋਲ ਆ ਗਿਆ। ਕਹਿਣ ਲੱਗਿਆ ਜੀ ਆਹ ਬੰਦਾ ਵਧੀਆ ਮਿਲਿਆ। ਕਹਿੰਦੇ ਕਿਵੇਂ? ਕਹਿੰਦੇ ਨੇ ਵੇਖਣ ਦਾ ਹੀ 100 ਸਵਾ 100 ਰੁਪਈਆ ਦੇਤਾ ਆਪਾਂ ਨੂੰ। ਕਹਿੰਦਾ ਇਹ ਤਾਂ ਦਰਸ਼ਨੀ ਭੇਟਾ ਹੀ ਆ, ਬਾਕੀ ਹੋਰ ਜਿੰਨੇ ਮਰਜ਼ੀ ਲੈ ਜੀ। ਫਿਰ ਮਰਦਾਨੇ ਉਹ ਤੋਂ ਮੁੱਲ ਪਵਾ ਨਾ ਕਿੰਨੇ ਦਾ? ਉਹ ਕਹਿੰਦਾ ਮੈਨੂੰ ਮੁੱਲ ਦਾ ਨਹੀਂ ਪਤਾ। ਬਾਬਾ ਜੀ ਕਹਿੰਦੇ ਮੈਨੂੰ ਨਹੀਂ ਪਤਾ। ਮਰਦਾਨਾ ਕਹਿੰਦਾ ਜੀ ਕੀ ਗੱਲ, ਇਹਦੇ ਮੁੱਲ ਦਾ ਕਿਉਂ ਨਹੀਂ ਪਤਾ? ਤਾਂ ਬਾਬਾ ਜੀ ਕਹਿੰਦੇ ਮਰਦਾਨਿਆ ਅਸਲ ਵਿੱਚ ਇਹ ਕੋਈ ਰਤਨ ਨਹੀਂ, ਕੋਈ ਹੀਰਾ ਨਹੀਂ, ਇਹ ਪਰਮੇਸ਼ਰ ਦਾ ਨਾਮ ਹੈ। ਕਹੋ ਸਤਨਾਮ ਸ੍ਰੀ ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਦੀ ਕੀਮਤ ਕਿਸੇ ਤੋਂ ਵੀ ਨਹੀਂ ਪੈਣੀ, ਕੋਈ ਵੀ ਇਹਦੀ ਕੀਮਤ ਨੂੰ ਜਾਣਦਾ ਨਹੀਂ। ਇਹ ਤਾਂ ਪਰਮੇਸ਼ਰ ਦੇ ਘਰ ਲਿਜਾਣ ਵਾਸਤੇ ਹੁੰਦਾ। ਜਿਹੜਾ ਜੀਵ ਇਸ ਨਾਮ ਦੇ ਨਾਲ ਜੁੜ ਜਾਂਦਾ, ਇਹ ਨਾਮ ਉਹਨਾਂ ਨੂੰ ਵੀ ਉੱਥੇ ਸੱਚਖੰਡ ਵਾਸੀ ਬਣਾ ਦਿੰਦਾ। ਮਰਦਾਨਾ ਕਹਿੰਦਾ ਫਿਰ ਆਪਾਂ ਕਿਉਂ ਵੇਚੀਏ? ਫਿਰ ਆਪਾਂ ਵੀ ਲੈ ਕੇ ਜਾਣਾ ਨਾਲ। ਕਹਿੰਦੇ ਹਾਂ। ਫਿਰ ਨਹੀਂ ਮੈਂ ਵੇਚਦਾ। ਤੇ ਬਾਬਾ ਜੀ ਕਹਿੰਦੇ ਜੇ ਤੂੰ ਵੇਚਦਾ ਨਹੀਂ ਤੇ ਫਿਰ ਤੂੰ ਜਾ ਕੇ ਉਹਦਾ ਦਰਸ਼ਨੀ ਭੇਟਾ ਮੋੜ ਕੇ ਆ। ਕੋ ਸਤਨਾਮ ਸੀ ਆਹ ਜਿਹੜਾ 100 ਰੁਪਇਆ ਲਿਆਂਦਾ ਇਹ ਨਹੀਂ ਮੈਂ ਰੱਖਣ ਦੇਣਾ, ਇਹ ਮੋੜ ਕੇ ਆ ਉਹਨੂੰ। ਮਰਦਾਨੇ ਨੇ ਵਿਚਾਰੇ ਨੇ ਚੱਕੀ ਥੈਲੀ ਦੁਬਾਰਾ ਤੇ ਜਾ ਕੇ ਉਸ ਨੂੰ ਕਹਿੰਦਾ ਭਾਈ ਮੇਰਾ ਮਾਲਕ ਤਾਂ ਵੇਚਦਾ ਨਹੀਂ। ਕਿਉਂ ਹੁਣ ਕੀ ਹੋ ਗਿਆ? ਕਹਿੰਦੇ ਇਹ ਤਾਂ ਬੜਾ ਕੀਮਤੀ ਹੈ, ਪਰਮੇਸ਼ਰ ਦਾ ਨਾਮ ਹੈ, ਇਹ ਨਹੀਂ ਵੇਚਣਾ, ਤੂੰ ਆਹ ਚੱਕ ਆਪਦੇ ਪੈਸੇ। ਉਹ ਕਹਿੰਦਾ ਮੈਂ ਦਰਸ਼ਨ ਕਰ ਲਏ, ਹੁਣ ਮੈਂ ਵਾਪਸ ਨਹੀਂ ਲੈਂਦਾ। ਉਹ ਵੀ ਧਰਮੀ ਬੰਦਾ ਸੀ ਕੋਈ। ਇੱਧਰ ਬਾਬਾ ਨਾਨਕ ਜੀ ਮਰਦਾਨੇ ਨੂੰ 100 ਰੁਪਇਆ ਰੱਖਣ ਨਹੀਂ ਦਿੰਦੇ, ਉਹ ਚਾਂਦੀ ਦਾ। 5-7 ਗੇੜੇ ਵੱਜ ਗਏ, ਨਾ ਤਾਂ ਸਾਲਸਰਾ ਵਾਪਸ ਪੈਸੇ ਲੈਂਦਾ ਤੇ ਨਾ ਬਾਬਾ ਨਾਨਕ ਜੀ ਰੱਖਣ ਦਿੰਦੇ ਆ।
ਅਖੀਰ ਮਰਦਾਨਾ ਉਹਨਾਂ ਦੇ ਵਿਹੜੇ ਵਿੱਚ ਥੈਲੀ ਸਿੱਟ ਕੇ ਭੱਜਿਆ ਆ, ਕਹਿੰਦਾ ਭਰਾਵਾ ਅਸੀਂ ਨਹੀਂ ਲੈਣੇ ਪੈਸੇ, ਚੱਕ ਆਪਦੇ, ਅਸੀਂ ਤਾਂ ਮਾਲ ਨਹੀਂ ਵੇਚਣਾ, ਜੇ ਮਾਲ ਵੇਚੀਏ ਤਾਂ ਪੈਸੇ ਲਈਏ। ਤਾਂ ਹੁਣ ਕੀ ਹੋਇਆ, ਸਾਲਸਰਾ ਜੌਹਰੀ ਆਪਣੇ ਨੌਕਰ ਅਧਰਕੇ ਨੂੰ ਕਹਿੰਦਾ ਭੱਜ ਕੇ ਜਾ ਮਗਰ, ਵੇਖ ਤਾਂ ਭਲਾ ਕੌਣ ਹੈ ਵਪਾਰੀ, ਇਹ ਰੋਕੀ ਥੋੜ੍ਹਾ, ਮੈਂ ਵੀ ਆਉਣਾ, ਇੰਨੇ ਕੀਮਤੀ ਲਾਲਾਂ ਵਾਲੇ ਕੌਣ ਹੈ ਇਹ। ਕਹਿੰਦੇ ਭਾਈ ਮਰਦਾਨੇ ਦੇ ਮਗਰ ਹੀ ਅਧਰਕਾ ਪਹੁੰਚ ਗਿਆ। ਬਾਬਾ ਨਾਨਕ ਜੀ ਫਿਰਨੀ 'ਤੇ ਬੈਠੇ ਸੀ, ਆ ਕੇ ਅਧਰਕੇ ਨੇ ਨਮਸਕਾਰ ਕੀਤੀ ਵੀ ਇਹ ਤਾਂ ਕੋਈ ਮਹਾਂਪੁਰਸ਼ ਹੈ, ਸਾਧੂ ਹੈ, ਸੰਤ ਹੈ। ਗੱਲਾਂ ਬਾਤਾਂ ਚੱਲ ਹੀ ਰਹੀਆਂ ਸਨ। ਐਤਨੇ ਜਿਹੜਾ ਸਾਲਸਰਾਏ ਸੀ ਉਹ ਵੀ ਕੁਝ ਭੋਜਨ ਪ੍ਰਸ਼ਾਦ ਲੈ ਕਰਕੇ ਮਗਰ ਹੀ ਆ ਗਿਆ ਅਤੇ ਲਿਆ ਕੇ ਭੋਜਨ ਰੱਖ ਦਿੱਤਾ। ਫਿਰ ਸਾਲਸਰਾਏ ਕਹਿੰਦਾ ਮਹਾਰਾਜ ਇਹ ਤੁਹਾਡਾ ਲਾਲ ਬੜਾ ਕੀਮਤੀ ਲੱਗਦਾ, ਇਹ ਕਿੰਨੇ ਕੁ ਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਲਸਰਾਏ ਤੂੰ ਐਵੇਂ ਜੌਹਰੀ ਬਣਿਆ ਫਿਰਦਾ, ਤੈਨੂੰ ਲਾਲਾਂ ਦੀ ਕੀਮਤ ਦਾ ਨਹੀਂ ਪਤਾ। ਕਹਿੰਦਾ ਜੀ ਨਹੀਂ। ਤਾਂ ਫਿਰ ਬਾਬਾ ਨਾਨਕ ਜੀ ਕਹਿੰਦੇ ਸੁਣ ਸਾਲਸ ਤੂੰ ਜੌਹਰੀ, ਆਪਣਾ ਲਾਲ ਪਛਾਣ, ਕੂੜੇ ਪੱਥਰ ਨਾ ਗੰਢ ਬੰਨ ਲੀਜੈ ਭਲੇ ਸਿਆਣ। ਤੂੰ ਜੌਹਰੀ ਤਾਂ ਹੈ, ਤੂੰ ਕਦੇ ਆਪਣੀ ਆਤਮਾ ਰੂਪੀ ਲਾਲ ਨੂੰ ਪਛਾਣਿਆ? ਤੂੰ ਆਪਣੇ ਆਪ ਨੂੰ ਪਛਾਣ ਨਾ ਕਰ। ਆ ਸਾਡੇ ਸਵਾਸ ਵੀ ਲਾਲਾਂ ਤੋਂ ਘੱਟ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਕਬੀਰ ਕਹਿਤਾ ਹੂੰ ਕਹਿ ਜਾਤ ਹੂੰ, ਕਹਿਤਾ ਹੂੰ ਢੋਲ ਬਜਾਏ, ਤੀਨ ਲੋਕ ਕਾ ਮੋਲ ਹੈ ਸਵਾਸਾ, ਬਿਰਥਾ ਜਾਏ ਕੋ ਸਤਨਾਮ ਸਿੰਘ। ਤਿੰਨਾਂ ਲੋਕਾਂ ਦਾ ਮੁੱਲ ਹੈ ਇੱਕ ਇੱਕ ਸਵਾਸ। ਆ ਕਰੋਨਾ ਦੀ ਬਿਮਾਰੀ ਚੱਲੀ ਆ ਅਤੇ ਆਕਸੀਜਨ ਲੋਕਾਂ ਦੇ ਕੋਲ ਘਟਦੀ ਜਾ ਰਹੀ ਆ ਕਹਿੰਦੇ, ਅਤੇ ਫਿਰ ਇੱਕ ਇੱਕ ਸਵਾਸ ਨੂੰ ਤਰਸਦੇ ਆ ਉਹ ਮਰਨ ਵਾਲੇ। ਜੇ ਕੋਈ ਸਾਨੂੰ ਹੋਰ ਆਕਸੀਜਨ ਦੇ ਦੇਵੇ, ਸਾਨੂੰ ਬਚਾ ਲਵੇ। ਅਤੇ ਅੱਜ ਪਰਮੇਸ਼ਰ ਨੇ ਸਾਨੂੰ ਕਿੰਨੀ ਆਕਸੀਜਨ ਦਿੱਤੀ ਆ, ਜਿਹੜੇ ਆਪਾਂ ਸਾਹ ਲੈ ਰਹੇ ਹਾਂ ਕੁਦਰਤ 'ਚੋਂ। ਅਤੇ ਪਾਤਸ਼ਾਹ ਜੀ ਨੇ ਇਸ ਗੱਲ ਦੀ ਮਹਿਮਾ ਸੁਖਮਨੀ ਸਾਹਿਬ ਦੇ ਵਿੱਚ ਬਖਸ਼ਿਸ਼ ਕੀਤੀ, ਜਿਨ ਦੀਆ ਤੁਧ ਪਵਨ ਅਮੋਲਾ, ਜਿਹਦਾ ਮੁੱਲ ਕੋਈ ਨਹੀਂ। ਕਿਉਂਕਿ ਜ਼ਿੰਦਗੀ ਹੈ ਸਾਡੀ, ਜੀਵਨ ਹੈ, ਸਾਡੇ ਪ੍ਰਾਣ ਹੈ, ਇਹਦੇ ਵਿੱਚ ਨਾ ਪ੍ਰਾਣਾਂ ਦਾ ਕੋਈ ਮੁੱਲ ਹੈ, ਨਾ ਸਵਾਸਾਂ ਦਾ ਮੁੱਲ ਹੈ, ਨਾ ਕੋਈ ਆਤਮਾ ਦਾ ਮੁੱਲ ਹੈ, ਅਤੇ ਨਾ ਹੀ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਦਾ ਕੋਈ ਮੁੱਲ ਹੈ, ਅਤੇ ਨਾ ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਹੈ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ। ਪਾਣੀ ਜਦੋਂ ਮੁੱਕ ਗਿਆ ਫਿਰ ਇਹਦੀ ਕੀਮਤ ਦਾ ਪਤਾ ਲੱਗੂਗਾ। ਕੋਈ ਸਤਨਾਮ ਹਜੇ ਤਾਂ ਹੈਗਾ ਨਾ ਬਾਲਾ। ਜਿੱਦੇ ਸਾਡੇ ਕੋਲ ਪੀਣ ਨੂੰ ਘੁੱਟ ਪਾਣੀ ਨਾ ਰਹੀ, ਉਦੋਂ ਪਤਾ ਲੱਗੂ ਪਾਣੀ ਦੀ ਕੀਮਤ ਕੀ ਹੈ। ਜਦੋਂ ਕੋਈ ਚੀਜ਼ ਬੰਦੇ ਦੇ ਕੋਲ ਹੁੰਦੀ ਹੈ ਉਹਦਾ ਮੁੱਲ ਘੱਟ ਹੀ ਪਤਾ ਲੱਗਦਾ, ਜਦੋਂ ਨਿਕਲ ਜਾਂਦੀ ਹੈ ਹੱਥੋਂ ਫਿਰ ਪਤਾ ਲੱਗਦਾ ਤਾਂ ਬੜੀ ਕੀਮਤੀ ਸੀ। ਕੋਈ ਸਤਨਾਮ ਸਮਾਂ ਪਾ ਕੇ। ਜਿਨ ਦੀਆ ਤੁਧ ਪਵਨ ਅਮੋਲਾ, ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਾਵਕ ਬਲਨਾ ਅੱਗ। ਇਹ ਅੱਗ ਵੀ ਬੜੀ ਕੀਮਤੀ ਹੈ, ਕਿਉਂਕਿ ਕਈ ਥਾਵਾਂ ਦੇ ਉੱਤੇ ਅੱਗ ਨਹੀਂ ਸੀ ਹੁੰਦੀ ਅਤੇ ਬਾਬੇ ਨਾਨਕ ਨੇ ਉਹਨਾਂ ਨੂੰ ਅੱਗ ਦਿੱਤੀ। ਉਹਨਾਂ ਕੋਲ ਭੋਜਨ ਬਣਾਉਣ ਦੇ ਲਈ ਕੋਈ ਅੱਗ ਨਹੀਂ ਸੀ, ਉਹ ਕੱਚਾ ਹੀ ਮਾਸ ਖਾਂਦੇ ਸਨ। ਕਈ ਥਾਵਾਂ 'ਤੇ ਫਸਲ ਨਹੀਂ ਸੀ ਹੁੰਦੀ, ਕਣਕ ਆਦਿ ਨਹੀਂ ਸੀ, ਉਹਨਾਂ ਨੂੰ ਵੀ ਨਾਮ ਨਾਲ ਜੋੜਿਆ ਅਤੇ ਫਸਲਾਂ ਹੋਣ ਦਾ ਵੀ ਵਰ ਦਿੱਤਾ ਉਹਨਾਂ ਨੂੰ। ਆਪਣੇ ਬਠਿੰਡੇ ਇਲਾਕੇ 'ਚ ਵੀ ਦਿੱਤਾ 10ਵੇਂ ਪਾਤਸ਼ਾਹ ਜੀ ਨੇ। ਜਦੋਂ ਨਗਰ ਨਿਵਾਸੀਆਂ ਨੇ ਕਿਲ੍ਹੇ ਵਿੱਚ ਬੈਠੇ ਸਤਿਗੁਰਾਂ ਨੂੰ ਕਿਹਾ ਮਹਾਰਾਜ ਸਾਡੇ ਮੀਂਹ ਨਹੀਂ ਪੈਂਦਾ, ਸਾਡੇ ਫਸਲਾਂ ਨਹੀਂ ਹੁੰਦੀਆਂ, ਅਸੀਂ ਕਿੱਕਰਾਂ ਬੇਰੀਆਂ ਦੇ ਤੁੱਕੇ ਬੇਰ ਖਾ ਕੇ ਸਮਾਂ ਲੰਘਾਉਣੇ ਆ, ਪੀਲਾਂ ਖਾ ਕੇ ਸਮਾਂ ਲੰਘਾਉਣੇ ਆ, ਕਾਲ ਪੈ ਜਾਂਦਾ ਹੈ, ਕੋਈ ਫਸਲ ਨਹੀਂ ਹੁੰਦੀ ਸਾਡੇ। ਤਾਂ ਗੁਰੂ ਸਾਹਿਬ ਨੇ ਖੁਸ਼ੀ ਦੇ ਘਰ 'ਚ ਆ ਕੇ ਕਿਹਾ ਸੀਗਾ ਇੱਥੇ ਤਾਂ ਨਹਿਰਾਂ ਚੱਲਣਗੀਆਂ। ਨਹਿਰਾਂ ਡੱਲਿਆ, ਉਹ ਦੇਖ ਨਹਿਰਾਂ ਚੱਲ ਰਹੀਆਂ। ਡੱਲੇ ਨੂੰ ਦਿਖਾਈ ਨਹੀਂ ਦਿੱਤਾ, ਕਹਿੰਦਾ ਜੀ ਇਹ ਤਾਂ ਲੋ ਵਗਦੀ ਹੈ। ਕਿਹੜੀਆਂ ਨਹਿਰਾਂ? ਆ ਗਰਮੀ 'ਚ ਲੋ ਵਗਦੀ ਹੈ ਜਿਹੜੀ, ਇੱਥੇ ਕਿੱਥੇ ਨਹਿਰਾਂ? ਇੱਕ ਦਿਨ ਕਹਿੰਦੇ ਡੱਲਿਆ ਕਿੱਡੇ ਸੋਹਣੇ ਅੰਬ ਲੱਗੇ ਆ, ਕਹਿੰਦਾ ਜੀ ਅੱਕਾਂ ਦੇ ਬੂਟੇ ਆ, ਇੱਥੇ ਅੰਬ ਕਿੱਥੇ? ਪਾਤਸ਼ਾਹ ਕਹਿੰਦੇ ਤੈਨੂੰ ਨਹੀਂ ਦਿਸਣੇ, ਮੈਨੂੰ ਦਿਸ ਰਹੇ ਆ।
ਫਿਰ ਇੱਕ ਦਿਨ ਕਹਿੰਦੇ ਮਰਦਾਨੇ ਆਪਣਾ ਡੱਲਿਆ, ਕਿੱਡੀ ਸੋਹਣੀ ਕਣਕ ਉਗਰੀ ਹੋਈ ਆ। ਕਹਿੰਦੇ ਜੀ ਘਾਹੀ ਦੇ ਪੌਦੇ ਆ, ਉਹਨਾਂ ਦੀਆਂ ਦੁੰਬੀਆਂ ਲੰਮੀਆਂ ਲੰਮੀਆਂ, ਇਹ ਕਣਕ ਕਿੱਥੇ? ਬਾਦਸ਼ਾਹ ਫਿਰ ਕਹਿੰਦੇ ਤੇਰੇ ਜਾਣ ਤੋਂ ਬਾਅਦ ਸਾਰਾ ਕੁਝ ਹੋਊਗਾ, ਤੈਨੂੰ ਨਹੀਂ ਦਿਸਣਾਗਾ। ਤਾਂ ਉਸ ਤੋਂ ਬਾਅਦ ਅੱਜ ਸਾਡੇ ਇਸ ਪੰਜਾਬ ਦੇ ਇਲਾਕੇ ਵਿੱਚ ਗੁਰੂ ਕਿਰਪਾ ਸਦਕਾ ਸਭ ਕੁਝ ਹੋ ਰਿਹਾ। ਆਪਣੇ ਖਾਸ ਕਰਕੇ ਦਮਦਮਾ ਸਾਹਿਬ ਦੇ ਇਲਾਕੇ ਵਿੱਚ ਦੇਖਦੇ ਹਾਂ ਆਪਾਂ ਕਿੰਨੇ ਬਾਗ ਹਨ, ਔਰ ਦਮਦਮਾ ਸਾਹਿਬ ਤਾਂ ਬੇਅੰਤ ਹੀ ਅੰਬਾਂ ਦੇ ਬੂਟੇ ਵੀ ਲੱਗਿਆ, ਜਿਹਨੂੰ ਹਰ ਸਮੇਂ ਹਰ ਸਾਲ ਬੂਰ ਲੱਗਦਾ, ਅੰਬੀਆਂ ਲੱਗਦੀਆਂ, ਅੰਬ ਲੱਗਦੇ ਆ। ਤੋ ਇਹ ਗੁਰੂਆਂ ਦੇ ਬਚਨ ਹੁੰਦੇ ਆ। ਸਾਲਸਰਾਏ ਕਹਿਣ ਲੱਗੇ ਆ ਮਹਾਰਾਜ ਇਹ ਤੁਹਾਡਾ ਲਾਲ ਬੜਾ ਕੀਮਤੀ ਆ। ਪਾਤਸ਼ਾਹ ਕਹਿੰਦੇ ਇਹ ਲਾਲ ਹੀ ਨਹੀਂ, ਇਹ ਪਰਮੇਸ਼ਰ ਦਾ ਨਾਮ ਹੈ। ਸੁਣ ਸਾਲਸ ਤੋਂ ਜੌਹਰੀ ਆਪਣਾ ਲਾਲ ਪਛਾਣ, ਕੂੜੇ ਪੱਥਰ ਨਾ ਗੰਢ ਬੰਨ, ਲੀਜੈ ਭਲੇ ਸਿਆਣ, ਕੰਕਰ ਪੱਥਰ ਮੇਲ ਕੇ। ਜੈਪੁਰ ਦੇ ਵਿੱਚ ਨਾ ਇਹਨਾਂ ਦਾ ਵਪਾਰ ਹੁੰਦਾ ਹੈ। ਉੱਥੇ ਵੱਡੇ ਵੱਡੇ ਡਲੇ ਰੱਖੀ ਬੈਠੇ ਆ, ਕੋਈ ਹਰੇ ਰੰਗ ਦਾ, ਕੋਈ ਨੀਲੇ ਰੰਗ ਦਾ, ਕੋਈ ਪੀਲੇ ਰੰਗ ਦਾ, ਕੋਈ ਲਾਲ ਰੰਗ ਦਾ। ਉਹਨਾਂ ਡਲਿਆਂ ਦਾ ਮੁੱਲ ਪਾਉਂਦੇ ਆ ਲੋਕ, ਕਹਿੰਦੇ ਜੀ ਇਹ ਰਤਨ ਹੈ ਸਾਰੇ। ਫਿਰ ਉਹਨਾਂ ਨੂੰ ਘੜਿਆ ਜਾਂਦਾ, ਘੜ ਕੇ ਤਰਾਸ਼ਿਆ ਜਾਂਦਾ, ਤਰਾਸ਼ ਕੇ ਫਿਰ ਉਹਨਾਂ ਚਮਕ ਆ ਜਾਂਦੀ ਆ। ਫਿਰ ਦੁਨੀਆ ਉਹ ਖਰੀਦ ਕੇ ਉਂਗਲਾਂ 'ਚ ਪਾ ਲੈਂਦੀ ਆ, ਗਹਿਣਿਆਂ 'ਚ ਪਾ ਲੈਂਦੀ ਆ। ਕੰਕਰ, ਉਹਨੂੰ ਪਾਤਸ਼ਾਹ ਨੇ ਕੰਕਰ ਪੱਥਰ ਕਿਹਾ। ਕੰਕਰ ਪੱਥਰ ਮੇਲ ਕੇ ਨਾਮ ਧਰਾਇਆ ਸ਼ਾਹ। ਤੂੰ ਜੌਹਰੀ ਤਾਂ ਬਣਿਆ ਫਿਰਦਾ ਹੈ, ਪਰ ਤੇਰੇ ਸਵਾਸ ਕਿੱਡੇ ਕੀਮਤੀ ਆ, ਕਦੇ ਇਹਨਾਂ ਦਾ ਮੁੱਲ ਪਾਇਆ? ਸਾਸ ਸਾਸ ਸਿਮਰੋ ਗੋਬਿੰਦ, ਸਵਾਸਾਂ ਦਾ ਮੁੱਲ ਤਾਂ ਸਿਮਨ ਕਰੇ ਪੈਣਾ। ਵੈਸੇ ਅਸੀਂ ਇਹਨਾਂ ਦਾ ਕੋਈ ਖਾਸ ਮੁੱਲ ਨਹੀਂ ਵੱਟ ਰਹੇ। 8 ਘੰਟੇ ਡਿਊਟੀ ਕੀਤੀ, 800 ਸਵਾਸ ਖਰਚ ਕੀਤਾ, ਅਤੇ 800 ਸਵਾਸ ਖਰਚ ਕਰਕੇ 200-400 ਦਿਹਾੜੀ ਲਿਆਏ ਹੱਥ ਨੇ ਘਰੇ। ਇਹਦਾ ਮੁੱਲ ਥੋੜ੍ਹਾ ਹੀ ਆ ਇਹ। ਕੋਈ ਸਤਨਾਮ, ਇਹਦਾ ਪੂਰਾ ਮੁੱਲ ਤਾਂ ਪਰਮੇਸ਼ਰ ਦਾ ਨਾਮ ਜਪ ਕੇ ਪੈਣਾ ਜ਼ਿੰਦਗੀ ਦਾ। 24,000 ਸਵਾਸ ਆਪਾਂ ਰੋਜ਼ ਦੇ ਖਤਮ ਕਰਦੇ ਹਾਂ, ਔਰ 8 ਘੰਟਿਆਂ ਵਿੱਚ 8,000 ਸਵਾਸ ਖਤਮ ਕੀਤਾ, ਅਤੇ 8 ਘੰਟਿਆਂ ਵਿੱਚ ਕੋਈ 1000 ਰੁਪਇਆ ਦਿਹਾੜੀ ਵੀ ਲੈ ਲਵੇ ਤਾਂ ਵੀ ਉਹਨਾਂ ਸਵਾਸਾਂ ਦਾ ਮੁੱਲ ਨਹੀਂ ਮੁੜਿਆ। ਕੋਈ ਸਤਨਾਮ ਸੀ। 100 200 400 ਤਾਂ ਕਿਹੜੀ ਗੱਲ ਹੈ। ਕਬੀਰ ਸਾਹਿਬ ਜੀ ਕਹਿੰਦੇ 3 ਲੋਕ ਵੀ ਇੱਕ ਸਵਾਸ ਦਾ ਮੁੱਲ ਨਹੀਂ ਹੈ। कबीर कहता हूँ कह जात हूँ, कहता हूँ ढोल बजाए, 3 लोक का मोल है, सवासा बिरथा जाए। मेरे प्रीतम जी कहते सालसराए तू कक्कर पत्थर इकट्ठे करके, पत्थर के डले इकट्ठे करके इन्हों लैके जौहरी बनिया फिरदा। जदों इन्नियां विचारां बाबा जी ने सुनाइयां, जिहड़ा अधरका सी वो सुन के गल्लां प्रभावित होया, क्योंकि पहले सत्संगी सीगा, भावें कि नौकर लग्या सी जौहरी दा, पर सी संतां दा संगी। वो पैरी पै गया, महाराज तुसीं तां महापुरुष हो, ऐसियां विचारां सुनाइयां, साडे ते किरपा करो। उन्हें मत्था टेकता, बाबा जी ने सिर ते हथ रखिया ते कहंदे अधरके नूं ब्रह्म ज्ञान करवा दिता। दिव्य दृष्टि खुल गई भाई अधरके दी। सालसराय नूं पता लग्या मेरे नौकर का तो रूप ही बदलता, सतगुरां ने रंग ही बदलता, चेहरा ही बदल गया इसका। तो कहना जी मेरे ते भी किरपा करो। कहते अपना जौहरीआ तेरा नौकर तो इथों गांह टप्पिया होया, हुण तू अपने नौकर दे पैरी पै। कहो सतनाम श्री। भाव हंकार, पहला हंकार कढ़ना पैंदा ना, तो हंकारी बंदे का हंकार उदों ही निकलदा जदों नीवियां दे अगे झुक जावे माड़ा मोटा। कहो सतनाम, एवें तो निकलिया नहीं हुंदा ना, ये जजमेंट है। तो जौहरी कहन लग्या जी अधरका तो पहले ही संतां दा संगी है, रब दा प्यारा है, तुसीं कहो तो मैं कुत्तियां दे भी पैरी पै जाना, पर मैनूं ऐसा ज्ञान बख्शो। कहो सतनाम श्री। हंकार दूर हो गया ना जौहरी पुणे का, कि मैं बहुत कुछ जानदा। तो फिर सतगुरु पातशाह ने अपना जिहड़ा परना सी, वो परना जिहड़ा इतिहास विच अंगोशा लिखिया, उसनूं अपना वो परना दिता, कहंदे इहनूं सिर ते बन। असीं सरोपा लैंदे आ ना गुरु घर चों, ते चक्किया सरोपा उहदे गल पाया,
ਉਹਨੇ ਗੇਟ 'ਤੇ ਲਾ ਕੇ ਲਾਇਆ ਅਤੇ ਝੋਲੇ 'ਚ ਪਾ ਲਿਆ ਇਕੱਠਾ ਕਰਕੇ, ਜਾਂ ਕਿਸੇ ਹੋਰ ਨੂੰ ਫੜਾਤਾ। ਬਸ 2 ਮਿੰਟ ਫੋਟੋ ਖਿਚਾਉਣ ਦਾ ਹੀ ਸ਼ੌਂਕ ਹੈ ਵੀ ਮੈਨੂੰ ਸਰੋਪਾ ਮਿਲਿਆ ਗੁਰੂ ਘਰ 'ਚੋਂ। ਸਰੋਪੇ ਦੀ ਕਦਰ ਨਹੀਂ ਪਤਾ ਕੀ ਹੈ। ਕੋ ਸਤਨਾਮ ਸੀ। ਸਰੋਪੇ ਦਾ ਮਤਲਬ ਹੈ ਸਿਰੋਂ ਪਾਉ, ਪੈਰਾਂ ਤੋਂ ਸਿਰ ਤੱਕ। ਜੇ ਤੂੰ ਮੇਰਾ ਹੋ ਜਾਵੇਂ ਮੈਂ ਤੈਨੂੰ ਸਿਰ ਤੋਂ ਪੈਰਾਂ ਤੱਕ ਸੰਭਾਲੂੰਗਾ। ਕੋ ਸਤਨਾਮ ਸੀ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਤਾਂ ਇਸ ਤਰ੍ਹਾਂ ਸਤਿਗੁਰਾਂ ਨੇ ਉਹ ਅੰਗੋਛਾ, ਉਹ ਆਪਣਾ ਪਰਨਾ, ਉਹ ਸਰੋਪਾ, ਜਿਹਨੂੰ ਬਾਣੀ 'ਚ ਲਿਖਿਆ ਸਾਕਤ ਸਿਰੋਂ ਪਾਉ ਰੇਸ਼ਮੀ। ਰਾਜੇ ਵੀ ਸਰੋਪੇ ਦਿੰਦੇ ਸੀ, ਰਾਜਨੀਤੀ ਵਾਲੇ ਵੀ ਦਿੰਦੇ ਨੇ। ਪੁਰਾਣੇ ਸਮਿਆਂ 'ਚ ਰਾਜਾ ਕਿਸੇ 'ਤੇ ਖੁਸ਼ ਹੋ ਜਾਂਦਾ ਤੇ ਆਪਣਾ ਓਵਰਕੋਟ ਲਾ ਕੇ ਦੇ ਦਿੰਦਾ, ਲੈ ਵੀ ਤੂੰ ਪਾਲਾ। ਆਹਾ, ਬੜਾ ਕੀਮਤੀ ਹੁੰਦੀ ਆ ਕੋਟ ਰਾਜਿਆਂ ਦੇ, ਵੱਡੇ ਵੱਡੇ, ਉਹ ਲਾ ਕੇ ਦੇ ਦਿੰਦੇ। ਤਾਂ ਇਸੇ ਤਰ੍ਹਾਂ ਹੀ ਪਾਤਸ਼ਾਹ ਇਸ ਗੱਲ ਨੂੰ ਕਹਿੰਦੇ ਇਹ ਕੋਈ ਖਾਸ ਗੱਲ ਨਹੀਂ ਹੈ ਰਾਜਿਆਂ ਦਾ ਓਵਰਕੋਟ ਪ੍ਰਾਪਤ ਹੋ ਜਾਣਾ, ਰਾਜਿਆਂ ਕੋਲੋਂ ਕੋਈ ਕੀਮਤੀ ਦਿਸ਼ਾਲਾ ਮਿਲ ਜਾਣਾ, ਇਹ ਕੋਈ ਵੱਡੀ ਗੱਲ ਨਹੀਂ ਹੈ। ਪ੍ਰੀਤਮ ਜੀ ਬਾਣੀ 'ਚ ਕਹਿੰਦੇ ਸਾਖਤ ਮਨਮੁਖਾਂ ਦੇ ਰੇਸ਼ਮੀ ਦੁਸ਼ਾਲੇ ਵੀ ਕਿਸੇ ਕੰਮ ਦੇ ਨਹੀਂ। ਸਾਕਤ ਸਿਰੋਂ ਪਾਉ ਰੇਸ਼ਮੀ ਪੈਰਤ ਪਤ ਖੋਈ। ਭਗਤ ਜਨਾ ਕਾ ਲੂਗੜਾ, ਲੂਗੜਾ ਹੁੰਦਾ ਹੈ ਪਰਨਾ, ਕੰਬਲ, ਕੋਈ ਛੋਟਾ ਜਿਹਾ ਕੱਪੜਾ। ਭਗਤ ਜਨਾ ਕਾ ਲੂਗੜਾ ਓੜ ਨਗਨ ਨਾ ਹੋਈ। ਦਰਗਾਹ ਦੇ ਵਿੱਚ ਵੀ ਤੇਰੀ ਇੱਜ਼ਤ ਰਹੂਗੀ। ਉਹ ਕਿਹੜਾ ਲੂਗੜਾ ਹੈ? ਉਹ ਹੈ ਹਰੀ ਦੇ ਨਾਮ ਦੀ ਦਾਤ। ਕੋ ਸਤਨਾਮ। ਉਹ ਰੱਬ ਦੇ ਪਿਆਰਿਆਂ ਤੋਂ ਮਿਲਦੀ ਹੈ, ਰਾਜਨੀਤੀ ਵਾਲਿਆਂ ਥੋੜ੍ਹਾ ਮਿਲਦੀ ਹੈ ਉਹ ਚੀਜ਼। ਉਹ ਤਾਂ ਸਾਖਤ ਹਨ, ਮਨਮੁਖ ਹਨ, ਗੁਰੂ ਨਾਲ ਨਹੀਂ ਜੁੜੇ ਹੋਏ। ਇਸ ਕਰਕੇ ਸਾਈਂ ਦਾ ਨਾਮ ਕਿੰਨਾ ਅਮੋਲਕ ਹੈ ਕੋਈ ਨਹੀਂ ਜਾਣਦਾ। ਸਾਈਂ ਨਾਮ ਅਮੋਲ ਕੀਮ ਨ ਕੋਈ ਜਾਣਦੋ। ਜਿਨ੍ਹਾਂ ਭਾਗ ਮੱਥਾ ਹੈ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹੁੰਦੇ ਹਨ, ਸੇ ਨਾਨਕ ਹਰ ਰੰਗ ਮਾਣਦੋ। ਉਹੀ ਹਰੀ ਦੇ ਰੰਗ ਨੂੰ ਮਾਣਦੇ ਹਨ, ਭੋਗਦੇ ਹਨ, ਆਨੰਦ ਮਾਣਦੇ ਹਨ। ਸਾਲਸਰਾਏ ਵੀ ਫਿਰ ਪੈਰੀ ਪੈ ਗਿਆ, ਅਧਰਕੇ ਦੇ ਪੈਰੀ ਪੈਂਦਾ, ਫਿਰ ਬਾਬੇ ਨਾਨਕ ਦੇ ਪੈਰੀ ਵੀ ਪੈ ਗਿਆ। ਕਹਿੰਦਾ ਜੀ ਮੇਰੇ 'ਤੇ ਵੀ ਕਿਰਪਾ ਕਰੋ। ਅਤੇ ਜਦੋਂ ਹੀ ਉਸ ਨੇ ਉਹ ਪਰਨਾ ਸਤਿਗੁਰੂ ਨਾਨਕ ਦੇਵ ਜੀ ਵਾਲਾ ਆਪਣੇ ਸਿਰ 'ਤੇ ਬੰਨ੍ਹਿਆ, ਅਤੇ ਬਣਦਿਆਂ ਹੀ ਉਹਦੀ ਵੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਕਪਾਟ ਖੁੱਲ੍ਹ ਗਏ। ਵਜਰ ਕਪਾਟ ਜੀ ਨੂੰ ਕਹਿੰਦੇ ਆ, ਗਿਆਨ ਹੋ ਗਿਆ, ਬ੍ਰਹਮ ਗਿਆਨ ਹੋ ਗਿਆ। ਫਿਰ ਗੁਰੂ ਨਾਨਕ ਦੇਵ ਜੀ ਕਹਿੰਦੇ ਲਓ ਮੈਂ ਤੁਹਾਨੂੰ ਇੱਥੋਂ ਦੀ ਮੰਜੀ ਦਿੰਦਾ ਹਾਂ। ਪਟਨਾ ਸਾਹਿਬ ਦੇ ਵਿੱਚ, ਜਿਸ ਦਾ ਪਹਿਲਾ ਨਾਮ ਪਾਟਲੀ ਪੁੱਤਰ ਹੈ, ਇਹ ਰਾਜਧਾਨੀ ਹੋਇਆ ਕਰਦੀ ਸੀ। ਕਹਿੰਦੇ ਮੈਂ ਤੁਹਾਨੂੰ ਇੱਥੇ ਮੰਜੀ ਦਿੰਦਾ ਹਾਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਸਤਨਾਮ ਦਾ ਜਾਪ ਕਰਿਆ ਕਰੋ ਔਰ ਧਰਮਸ਼ਾਲਾ ਬਣਾਓ, ਇੱਥੇ ਬੈਠ ਕੇ ਪ੍ਰਚਾਰ ਕਰੋ। ਰਾਜੇ ਨੇ ਧਰਮਸ਼ਾਲਾ ਬਣਵਾਈ। ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਵੈਸੇ ਤਾਂ ਇਹ ਹੱਕ ਬਣਦਾ ਸੀ ਅਧਰਕੇ ਦਾ, ਕਿਉਂਕਿ ਇਹਨੇ ਪਹਿਲਾਂ ਨਮਸਕਾਰ ਕੀਤੀ ਹੈ, ਸਾਨੂੰ ਪਹਿਲਾਂ ਪਛਾਣੇ, ਪਰ ਤੂੰ ਇਹਦਾ ਮਾਲਕ ਹੈ, ਇਸ ਕਰਕੇ ਸੰਸਾਰੀ ਲੋਕ ਲਾਜ ਰੱਖਣ ਵਾਸਤੇ ਮੈਂ ਤੈਨੂੰ ਪਹਿਲਾਂ ਟਾਈਮ ਦਿੰਦਾ। ਤੇਰਾ ਟਾਈਮ ਵੀ ਥੋੜ੍ਹਾ ਰਹਿ ਗਿਆ, ਭਾਵ ਤੇਰੀ ਮੌਤ ਦਾ ਸਮਾਂ ਵੀ ਨੇੜੇ ਆ। ਸਾਲਸਰਾਏ ਨੂੰ ਕਹਿੰਦੇ 2 ਸਾਲ ਤੇ ਕੁਝ ਮਹੀਨੇ, ਅਤੇ ਇੰਨਾ ਸਮਾਂ ਤੂੰ ਸਿੱਖੀ ਦਾ ਪ੍ਰਚਾਰ ਕਰਨਾ, ਫਿਰ ਤੂੰ ਇਹ ਮੰਜੀ ਅਧਰਕੇ ਨੂੰ ਦੇਣੀ ਆ। ਕੋ ਸਤਨਾਮ। ਫਿਰ ਅਧਰਕਾ ਪ੍ਰਚਾਰ ਕਰੂਗਾ ਸਿੱਖੀ ਦਾ ਇੱਥੇ। ਅਤੇ ਸਾਲਸਰਾਏ ਜੌਹਰੀ ਕਹਿੰਦਾ ਜੀ ਹੁਣ ਕਿੱਥੇ ਚੱਲਿਓ ਗਾਹਾਂ? ਜਦੋਂ ਸਾਰੀਆਂ ਗੱਲਾਂ ਬਾਤਾਂ ਬਾਤ ਤੁਰਨ ਲੱਗੇ, ਬਾਬਾ ਜੀ ਕਹਿੰਦੇ ਅਸੀਂ ਹੋਰ ਵੀ ਦੇਸ਼ ਵੇਖਣੇ ਆ। ਕਹਿੰਦਾ ਜੀ ਤੁਸੀਂ ਸਾਡੇ ਕੋਲ ਹੀ ਰਹੋ। ਮਿੰਨਤਾਂ ਜੀਆਂ ਕਰਨ ਲੱਗਿਆ, ਅਤੇ ਬਾਬਾ ਨਾਨਕ ਜੀ ਕਹਿੰਦੇ ਕੋਈ ਗੱਲ ਨਹੀਂ, 10ਵੇਂ ਜਾਮੇ ਇੱਥੇ ਜਨਮੀ ਧਾਰ ਲਾਂਗੇ। ਕਹੋ ਸਤਨਾਮ ਸ੍ਰੀ, ਇੱਥੇ ਪੱਕੇ ਹੀ ਆ ਜਾਵਾਂਗੇ 10ਵੇਂ ਜਾਮੇ 'ਚ। ਫਿਰ ਉਹ ਪਹਿਲੇ ਜਾਮੇ ਦਾ ਵਚਨ 10ਵੇਂ ਜਾਮੇ 'ਚ ਪੂਰਾ ਕੀਤਾ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਅਵਤਾਰ ਧਾਰਿਆ। ਕਹੋ ਸਤਨਾਮ ਸ੍ਰੀ। ਇਸ ਕਰਕੇ ਪਰਮੇਸ਼ਰ ਦਾ ਨਾਮ ਹੈ ਜਿਹੜਾ, ਇਹ ਲਾਲਾ ਹੀਰੇ ਜਵਾਹਰਾਤਾਂ ਤੋਂ ਵੀ ਮਹਿੰਗਾ ਹੈ, ਪਰ ਇਹਨੂੰ ਸਮਝਿਆ ਕਿਸੇ ਕਿਸੇ ਨੇ।
ਦੱਸਦੇ ਆ ਦੋ ਸੇਠ ਭਰਾ ਸਨ ਇੱਕ ਨਗਰ ਦੇ ਵਿੱਚ, ਤੇ ਉੱਥੋਂ ਦਾ ਇੱਕ ਸਤਸੰਗੀ ਮਹਾਂਪੁਰਸ਼ ਸੀਗਾ। ਇੱਕ ਭਰਾ ਮਹਾਂਪੁਰਸ਼ਾਂ ਕੋਲੇ ਜਾਣ ਲੱਗਿਆ, ਦੂਸਰਾ ਮਹਾਂਪੁਰਸ਼ਾਂ ਦੇ ਬੜਾ ਐਂਟੀ ਚੱਲਦਾ, ਉਹਨਾਂ ਨੂੰ ਪੁੱਠਾ ਸਿੱਧਾ ਬੋਲਦਾ ਰਹਿੰਦਾ। ਸਾਰਾ ਪਿੰਡ ਮਹਾਂਪੁਰਸ਼ਾਂ ਨਾਲ ਜੁੜ ਗਿਆ, ਨਾਮ ਜਪਦਾ ਹੈ। ਅਤੇ ਮਹਾਂਪੁਰਸ਼ਾਂ ਨੇ ਸੋਚਿਆ ਵੀ ਯਾਰ ਇਹਦਾ ਭਰਾ ਨੂੰ ਕਿਉਂ ਛੱਡੀਏ, ਉਹਨੂੰ ਵੀ ਤਾਰ ਦਈਏ। ਹੁਣ ਉਹਨੂੰ ਪੁੱਛਿਆ ਵੀ ਤੇਰਾ ਭਰਾ ਕਿੱਥੇ ਰਹਿੰਦਾ? ਕਹਿੰਦਾ ਜੀ ਘਰੇ ਹੀ ਰਹਿੰਦਾ। ਫਿਰ ਉਹ ਕਿਉਂ ਨਹੀਂ ਆਉਂਦਾ? ਕਹਿੰਦੇ ਜੀ ਬਸ ਉਹਦਾ ਸੁਭਾਅ ਕੁਝ ਹੋਰ ਹੈ। ਕਹਿੰਦੇ ਚਲੋ ਉਹਨੂੰ ਵੀ ਸਿੱਧੇ ਰਸਤੇ ਪਾਈਏ ਆਪਾਂ, ਕਿਉਂਕਿ ਰੱਬ ਦੇ ਪਿਆਰੇ ਸਭ ਦਾ ਭਲਾ ਹੀ ਲੋੜਦੇ ਆ। ਕਹਿੰਦੇ ਜੀ ਠੀਕ ਆ। ਅਤੇ ਸੇਠ ਨੇ ਆਪਣੇ ਘਰ ਦੇ ਵਿੱਚ ਸੰਗਤਾਂ ਦੇ ਆਉਣ ਵਾਸਤੇ ਤਿਆਰੀ ਕਰ ਲਈ, ਲੰਗਰ ਤਿਆਰ ਕਰ ਲਿਆ। ਅਤੇ ਮਹਾਂਪੁਰਸ਼ ਸੰਗਤਾਂ ਸਮੇਤ ਆਏ। ਜਦੋਂ ਉੱਥੇ ਛੈਣੇ ਖੜਕਣ ਲੱਗੇ, ਸ਼ਬਦ ਦੀ ਆਵਾਜ਼ ਆਉਣ ਲੱਗੀ, ਅਤੇ ਜਿਹੜਾ ਦੂਜਾ ਐਂਟੀ ਭਰਾ ਸੀ ਕਮਰੇ 'ਚ ਵੜ ਕੇ ਕਮਰਾ ਹੀ ਡਾਲਿਆ, ਕੋਈ ਸਤਨਾਮ, ਕਮਰਾ ਬੰਦ ਕਰ ਲਿਆ। ਨਾਲੇ ਕਹਿਣ ਲੱਗਿਆ ਕਿੱਥੇ ਆ ਕੇ ਰੌਲਾ ਪਾਇਆ ਇਹਨਾਂ ਨੇ, ਕਿੱਧਰੋਂ ਆ ਗਏ ਇਹ, ਜੇ ਵੋ। ਮਹਾਂਪੁਰਸ਼ ਕਹਿੰਦੇ ਤੇਰੇ ਭਰਾ ਨੂੰ ਲਿਆ ਬੁਲਾ ਕੇ। ਕਹਿੰਦਾ ਜੀ ਉਹ ਤਾਂ ਕਮਰਾ ਬੰਦ ਕਰਕੇ ਬਹਿ ਗਿਆ, ਕੋਈ ਸਤਨਾਮ ਸੀ। ਤਾਂ ਇਸ ਕਰਕੇ ਗੁਰੂ ਪਿਆਰਿਓ ਬਾਬਾ ਜੀ ਕਹਿੰਦੇ ਜਿੰਨਾ ਭਾਗ ਮਥਾਹੇ, ਵੱਡੇ ਭਾਗਾਂ ਤੋਂ ਬਗੈਰ ਸਤਸੰਗ ਨਹੀਂ ਮਿਲਦੀ। ਵਡਭਾਗੀ ਸਤਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਨ ਲੋ। ਜਿਨ੍ਹਾਂ ਦੇ ਵੱਡੇ ਭਾਗ ਹੈ ਹਰੀ ਦੇ ਨਾਮ ਦਾ ਰੰਗ ਮਾਣਦੇ ਹਨ। ਸ਼ੰਤ ਅਤੇ ਮਹਾਂਪੁਰਸ਼ਾਂ ਨੇ ਜਾ ਕਰਕੇ ਉਹਦਾ ਬਾਰ ਖੜਕਾਇਆ, ਆਵਾਜ਼ਾਂ ਮਾਰੀਆਂ, ਨਾ ਆਇਆ। ਮਹਾਂਪੁਰਸ਼ ਕਹਿੰਦੇ ਅਸੀਂ ਤੇਰਾ ਬਾਰ ਤੋੜ ਦੇਣਾ ਅਤੇ ਤੂੰ ਬਾਰ ਖੋਲ੍ਹ ਲੈ। ਉਸਨੇ ਜਦੋਂ ਬਾਹਰ ਖੋਲ੍ਹਿਆ, ਮਹਾਂਪੁਰਸ਼ਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਉਸ 'ਤੇ ਪਾਈ। ਉਹਦੇ ਅੰਦਰ ਵੀ ਜੋ ਭੂਤ ਬੜਿਆ ਹੋਇਆ ਸੀਗਾ, ਕਲਯੁਗ ਬੜਿਆ ਹੋਇਆ ਸੀ, ਉਸ ਦਾ ਖਾਤਮਾ ਕਰਕੇ ਮਹਾਂਪੁਰਸ਼ਾਂ ਨੇ ਉਹਨੂੰ ਵੀ ਪਰਮੇਸ਼ਰ ਨਾਲ ਜੋੜਿਆ। ਪਰਮੇਸ਼ਰ ਦੇ ਪਿਆਰਿਆਂ ਦਾ ਇਹ ਸੁਭਾਅ ਹੀ ਹੁੰਦਾ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਤਿਸ ਦਾ ਬੁਰਾ ਕਿਉਂ ਹੋਏ। ਇਸ ਕਰਕੇ ਪਰਮੇਸ਼ਰ ਦਾ ਨਾਮ ਬੜਾ ਕੀਮਤੀ ਹੈ। ਔਰ ਅੱਗੇ ਲਿਖਦੇ ਹਨ ਸ਼ੰਤ ਵਿੱਚ ਇਸ ਦੀ ਹੋਰ ਵੀ ਮਹਿਮਾ। ਦੱਖਣੇ ਸ਼ਲੋਕ ਦੇ ਅਰਥ ਫਿਰ ਸ਼ੰਤ ਵਿੱਚ ਕਰਦੇ ਹੈ, ਜਿਵੇਂ ਸ਼ਲੋਕ ਦਾ ਅਰਥ ਪੌੜੀ ਵਿੱਚ ਕੀਤਾ ਜਾਂਦਾ। ਕਹਿਤੇ ਪਵਿੱਤਰ ਸੁਣਤੇ ਸਭ ਧਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਉਹਨਾਂ ਸਿੰਧੀ ਲੋਕਾਂ ਨੂੰ ਜਿਨ੍ਹਾਂ ਨੇ ਆ ਕੇ ਬੇਨਤੀ ਕੀਤੀ ਸਾਨੂੰ ਪਰਮੇਸ਼ਰ ਨਾਲ ਮਿਲਾ ਦਿਓ, ਉਹਦਾ ਨਾਮ ਹੀ ਦੱਸ ਦਿਓ ਕਿਹੋ ਜਿਹਾ ਮਹਾਰਾਜ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਨਾਮ ਦਾ ਕੋਈ ਅੰਤ ਨਹੀਂ ਹੈ। ਉਹਦੇ ਨਾਮ ਨੂੰ ਕਹਿਣ ਵਾਲੇ ਪਵਿੱਤਰ ਹੋ ਜਾਂਦੇ ਹੈ। ਕਹਿੰਦੇ ਪਵਿੱਤਰ ਸੁਣਤੇ ਪੁਨੀਤ। ਇਸ ਤਰ੍ਹਾਂ ਕਹਤੇ ਪਵਿੱਤਰ, ਇੱਥੇ ਪਾਤਸ਼ਾਹ ਜੀ ਕਹਿੰਦੇ ਕਹਿਣ ਵਾਲੇ ਜੇਬਾ ਰਸਨਾ ਪਵਿੱਤਰ ਹੋ ਜਾਂਦੀ ਹੈ। ਸੁਣਤੇ ਸਭ ਧਨ, ਸੁਣਨ ਵਾਲੇ ਕੰਨਾਂ ਦੇ ਨਾਲ ਬੈਠ ਕੇ ਜੋ ਸੁਣਦੇ ਆ ਉਹ ਵੀ ਧਨ ਹੋ ਜਾਂਦੇ ਹਨ। ਲਿਖਤੀ ਕੁੱਲ ਤਾਰਿਆ ਜੀਓ। ਜੇ ਕੋਈ ਇਸ ਨੂੰ ਲਿਖਦਾ ਤੇ ਉਸ ਦੀ ਕੁੱਲ ਦਾ ਉਧਾਰ ਹੋ ਜਾਂਦਾ ਹੈ, ਕੋਈ ਸਤਨਾਮ ਸੀ। ਕਿਉਂਕਿ ਲਿਖਣ ਦੇ ਨਾਲ ਨਾ ਜੋ ਚੀਜ਼ ਅਸੀਂ ਲਿਖਦੇ ਹਾਂ ਉਹ ਸੁਰਤ ਵਿੱਚ ਬੋਲਿਆ ਜਾਂਦਾ, ਕੋਈ ਸਤਨਾਮ ਸ੍ਰੀ। ਤੁਸੀਂ ਲਿਖ ਕੇ ਦੇਖ ਲਿਓ, ਜਦ ਲਿਖਦੇ ਹੋਵੋਗੇ ਤੁਸੀਂ ਜੀਭ ਦੀ ਬਜਾਏ ਦਿਮਾਗ 'ਚ ਬੋਲ ਰਹੇ ਹੁੰਦੇ ਆ, ਅਤੇ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਹੈ। ਮੂੰਹ ਨਾਲ ਬੋਲਿਆ 1 ਗੁਣਾ, ਔਰ ਹਿਰਦੇ ਵਿੱਚ ਬੋਲਿਆ 10 ਗੁਣਾ। ਧੁਨੀ ਵਿੱਚ ਵੀ ਆਵਾਜ਼ ਬਣਦੀ ਹੈ, ਉੱਥੋਂ ਸ਼ਬਦ ਉੱਠਦਾ ਹੈ 100 ਗੁਣਾ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਫਲ, ਅਤੇ ਜੇ ਸੁਰਤ ਨਾਲ ਕਿਹਾ ਜਾਵੇ ਤਾਂ ਹਜ਼ਾਰਾਂ ਗੁਣਾ ਫਲ ਮਿਲਦਾ ਹੈ। ਕਿਉਂਕਿ ਸੁਰਤ ਨਾਲ ਤਾਂ ਹੀ ਕਿਹਾ ਜਾਊ ਜੇ ਸੁਰਤ ਵਿੱਚ ਵਸਿਆ ਹੋਊ, ਕੋਈ ਸਤਨਾਮ। ਜਾਂ ਸੁਰਤ ਵਿੱਚ ਵਸ ਗਿਆ ਅਤੇ ਉਹਦਾ ਫਲ ਬਹੁਤ ਜ਼ਿਆਦਾ। ਇਸ ਕਰਕੇ ਲਿਖਤੀ ਕੁੱਲ ਤਾਰਿਆ ਜੀਓ। ਜਿਨ੍ਹਾਂ ਨੇ ਲਿਖਿਆ ਰੱਬ ਦੇ ਨਾਮ ਨੂੰ ਉਹਨਾਂ ਦੀਆਂ ਤਾਂ ਕੁੱਲਾਂ ਹੀ ਤਰ ਗਈਆਂ। ਪੁਰਾਣੇ ਸਮਿਆਂ ਜਦੋਂ ਪ੍ਰੈਸਾਂ ਨਹੀਂ ਸੀ ਹੁੰਦੀਆਂ ਅਤੇ ਗੁਰੂ ਸਾਹਿਬ ਸਿੱਖਾਂ ਦੀ ਡਿਊਟੀ ਲਾਉਂਦੇ ਸੀ, ਬਈ ਆਪਣੇ ਘਰੋਂ ਜਿਹੜੀ ਭੇਟਾ ਲੈ ਕੇ ਆਉਣੀ ਆ ਨਾ, ਤੁਸੀਂ ਵੱਧ ਤੋਂ ਵੱਧ ਜਪਜੀ ਸਾਹਿਬ ਦੀਆਂ ਪੋਥੀਆਂ ਲਿਖ ਕੇ ਲਿਆਇਓ, ਕੋਈ ਸਤਨਾਮ ਸ੍ਰੀ। ਫਿਰ ਉਹਦਾ ਕੀ ਕਰਦੇ,
ਸੰਗਤਾਂ ਲੈ ਕੇ ਆਉਂਦੀਆਂ ਲਿਖ ਕੇ ਜਪਜੀ ਸਾਹਿਬ ਦਾ ਪਾਠ, ਨਿਤਨੇਮ ਦੀਆਂ ਪੋਥੀਆਂ, ਤੇ ਸਤਿਗੁਰੂ ਉਹ ਪੋਥੀਆਂ ਅੱਗੇ ਸੰਗਤਾਂ ਨੂੰ ਵੰਡ ਦਿੰਦੇ ਪਾਠ ਕਰਨ ਵਾਸਤੇ। ਇਹਦੇ ਨਾਲ ਫਿਰ ਕਿੰਨੇ ਲੋਕਾਂ ਦਾ ਭਲਾ ਹੋ ਗਿਆ। ਸਤਿਗੁਰਾਂ ਦਾ ਇੱਕ ਬਚਨ ਹੈ 10ਵੇਂ ਪਾਤਸ਼ਾਹ ਜੀ ਦਾ, ਗੁਰਮੁਖੀ ਅੱਖਰ ਹੈ ਜੇਤੇ, ਸਿੱਖ ਸਿੱਖ ਤੇ ਸਿੱਖੈ ਤੇਤੇ, ਸਿੱਖ ਸਿੱਖੇ ਕਰ ਅਵਰ ਸਿਖਾਈ, ਸਿੱਖ ਆਪ ਸਿੱਖ ਕੇ ਦੂਜਿਆਂ ਨੂੰ ਵੀ ਸਿਖਾਵੇ। ਤੇ ਅਸੀਂ ਤਾਂ ਕੱਲੀ ਅੰਗਰੇਜ਼ੀ ਸਿੱਖਣ ਤੇ ਲੱਗੇ ਹੋਏ ਹਾਂ। ਕੋਈ ਸਤਨਾਮ ਸ੍ਰੀ। ਜਿੰਨਾ ਚਿਰ ਅਸੀਂ ਗੁਰਮੁਖੀ ਨਹੀਂ ਸਿੱਖਾਂਗੇ, ਗੁਰਬਾਣੀ ਕਿਵੇਂ ਪੜ੍ਹਾਂਗੇ? ਗੁਰਬਾਣੀ ਨਹੀਂ ਪੜ੍ਹਾਂਗੇ ਤੇ ਜ਼ਿੰਦਗੀ ਸਫਲੀ ਕਿਵੇਂ ਹੋਊਗੀ ਸਾਡੀ? ਇਹ ਠੀਕ ਹੈ, ਮਨੁੱਖ ਨੂੰ ਸਾਰੀਆਂ ਭਾਸ਼ਾ ਆਉਣੀਆਂ ਚਾਹੀਦੀਆਂ, ਪਰ ਜਿਹੜੀ ਸਾਡੀ ਸ਼੍ਰੋਮਣੀ ਭਾਸ਼ਾ ਸਾਡੀ ਪੰਜਾਬੀ ਗੁਰਮੁਖੀ ਹੈ, ਜਿਹਦੇ ਵਿੱਚ ਗੁਰਬਾਣੀ ਲਿਖੀ ਹੋਈ ਹੈ, ਅਗਰ ਇਹ ਭਾਸ਼ਾ ਨਾ ਸਿੱਖੀ ਤੇ ਫਿਰ ਕੀ ਬਣੂਗਾ? ਇਸ ਕਰਕੇ ਗੁਰਮੁਖੀ ਪੰਜਾਬੀ, ਪੰਜ ਆਬੀ, ਇਹਨਾਂ ਪੰਜਾਂ ਦਰਿਆਵਾਂ ਦੇ ਇਲਾਕੇ ਵਿੱਚ ਜਿਹੜੀ ਭਾਸ਼ਾ ਚੱਲਦੀ ਸੀ ਉਹਨੂੰ ਪੰਜ ਆਬੀ ਕਹਿੰਦੇ ਆ। ਫਿਰ ਪੰਜਾਬੀ ਹੋ ਗਈ ਤੇ ਇਸੇ ਨੂੰ ਗੁਰੂਆਂ ਨੇ ਆਪਣੇ ਮੁਖ ਤੋਂ ਉਚਾਰਨ ਕੀਤਾ। ਇਹਦੇ ਵਿੱਚ ਬਾਣੀ ਲਿਖੀ ਗਈ। ਜਿੰਨੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਉਹ ਸਾਰੀ ਲਹਿਣਾ ਜੀ ਨੂੰ ਦਿੱਤੀ ਤੇ ਲਹਿਣਾ ਜੀ ਨੂੰ ਇਸ ਨੂੰ ਲਿਖਣ ਵਾਸਤੇ ਕਿਹਾ ਗਿਆ। ਜਪਜੀ ਸਾਹਿਬ ਦੀਆਂ ਪੌੜੀਆਂ ਅਲੱਗ-ਅਲੱਗ ਥਾਵਾਂ ਤੇ ਉਚਾਰਨ ਹੋਈਆਂ। ਅੱਧੀਆਂ ਕੁ ਜੋਗੀਆਂ ਕੋਲੇ, ਗੋਰਖਨਾਥ ਕੋਲੇ ਉਚਾਰਨ ਹੋਈਆਂ। ਜਿਹੜੇ ਹੈ ਨਾ ਆਦੇਸ਼ ਤੇ ਸੇ ਆਦੇਸ਼, ਇਹ ਬਚਨ ਜੋਗੀ ਬੋਲਦੇ ਆ। ਇਹ ਪੌੜੀਆਂ ਜੋਗੀਆਂ ਕੋਲੇ ਉਚਾਰਨ ਹੋਈਆਂ। ਕੋਈ ਸਤਨਾਮ ਸ੍ਰੀ। ਤੇ ਫਿਰ ਇਹਨਾਂ ਸਾਰੀਆਂ ਪੌੜੀਆਂ ਨੂੰ ਇਕੱਤਰ ਕੀਤਾ ਸਤਿਗੁਰਾਂ ਨੇ, ਲੜੀਵਾਰ ਕਰਵਾਇਆ ਬਾਬੇ ਨਾਨਕ ਨੇ ਲਹਿਣਾ ਜੀ ਤੋਂ, ਤੇ ਹੁਕਮ ਹੋਇਆ ਵੀ ਇਹ ਸਾਰੀ ਬਾਣੀ ਨੂੰ ਗੁਰਮੁਖੀ ਅੱਖਰਾਂ 'ਚ ਹੀ ਲਿਖਣਾ। ਹੁਣ ਆਹ ਬੋਲੀ ਤਾਂ ਮੁਲਤਾਨੀ ਹੈ ਨਾ, ਦੱਖਣਾ ਸਿੰਧੀ ਬੋਲੀ ਹੈ ਇਹ, ਪਰ ਇਹ ਲਿਖੀ ਗੁਰਮੁਖੀ ਅੱਖਰਾਂ 'ਚ ਹੈ, ਸਾਨੂੰ ਸਮਝ ਆ ਰਹੀ ਹੈ। ਇਸ ਕਰਕੇ ਬਾਬਾ ਜੀ ਕਹਿੰਦੇ ਜਿਹੜੇ ਇਸ ਬਾਣੀ ਨੂੰ ਕਹਿਣਗੇ ਉਹ ਵੀ ਪਵਿੱਤਰ ਹੋ ਜਾਣਗੇ, ਸੁਣਨ ਵਾਲੇ ਵੀ ਧਨ ਹੋ ਜਾਣਗੇ, ਲਿਖਣ ਵਾਲਿਆਂ ਦੀਆਂ ਤਾਂ ਕੁੱਲਾਂ ਹੀ ਤਰ ਜਾਣਗੀਆਂ। ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਜਿਨ੍ਹਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲ ਗਈ ਉਹਨਾਂ ਨੂੰ ਨਾਮ ਦਾ ਰੰਗ ਚੜ ਜਾਣਾ, ਤੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਗਿਆ ਉਹਨਾਂ ਨੂੰ ਬ੍ਰਹਮ ਗਿਆਨ ਹੋ ਜਾਣਾ। ਤਿਨੀ ਬ੍ਰਹਮ ਵਿਚਾਰਿਆ ਜੀਓ ਸਿੱਖੋ, ਜਿਨ੍ਹਾਂ ਨੇ ਬ੍ਰਹਮ ਦੀ ਵਿਚਾਰ ਕਰ ਲਈ, ਜਿਨ੍ਹਾਂ ਨੇ ਆਪਣੀ ਵਿਚਾਰ ਕਰ ਲਈ, ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਉਹਨਾਂ ਨੇ ਮਨੁੱਖਾ ਜਨਮ ਦਾ ਲਾਹਾ ਖੱਟ ਲਿਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਤੇ ਸਿੱਖੋ ਇਹ ਸਭ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੁੰਦਾ ਹੈ। ਪੂਰਨ ਕਿਰਪਾ ਪ੍ਰਭ ਕਰੀ, ਫਿਰ ਸਤਿਗੁਰੂ ਪਾਵਰਫੁੱਲ ਕਿਰਪਾ ਕਰ ਦਿੰਦਾ। ਕਿਸੇ ਨੇ ਪੁੱਛਿਆ 10ਵੇਂ ਪਾਤਸ਼ਾਹ ਜੀ ਨੂੰ, ਮਹਾਰਾਜ ਜਦੋਂ ਤੁਸੀਂ ਖੁਸ਼ੀ ਦੇ ਘਰ 'ਚ ਆਉਂਦੇ ਹੋ, ਕਿਸੇ ਸਿੱਖ 'ਤੇ ਕਿਰਪਾ ਕਰਦੇ ਹੋ, ਤੇ ਉਹਦਾ ਸਾਨੂੰ ਕਿਵੇਂ ਪਤਾ ਲੱਗੇ? ਕਹਿੰਦੇ ਸਿੱਖੋ, ਜਦੋਂ ਮੈਂ ਕਿਸੇ 'ਤੇ ਕਿਰਪਾ ਕਰਦਾ, ਬਹੁਤ ਖੁਸ਼ ਹੁੰਦਾ, ਤਾਂ ਮੈਂ ਉਸ ਦੇ ਘਰ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਣ ਲਈ ਭੇਜ ਦਿੰਦਾ। ਅੱਛਾ ਮਹਾਰਾਜ, ਤੇ ਇਸ ਤੋਂ ਵੱਧ ਖੁਸ਼ੀ ਵੀ ਹੈ? ਕਹਿੰਦੇ ਹਾਂ, ਜਦੋਂ ਵੱਧ ਖੁਸ਼ੀ ਹੁੰਦੀ ਹੈ ਫਿਰ ਮੈਂ 3 ਸਿੱਖਾਂ ਨੂੰ ਭੇਜ ਦਿੰਦਾ। ਮਹਾਰਾਜ ਜੀ ਇਸ ਤੋਂ ਵੱਧ ਖੁਸ਼ੀ? ਕਹਿੰਦੇ ਫਿਰ 5 ਸਿੱਖਾਂ ਨੂੰ ਭੇਜ ਦਿੰਦਾ। ਜਦੋਂ 5 ਸਿੱਖਾਂ ਨੂੰ ਕੋਈ ਪ੍ਰਸ਼ਾਦਾ ਛਕਾਉਂਦਾ ਬੜੇ ਪਿਆਰ ਦੇ ਵਿੱਚ ਮੇਰਾ ਰੂਪ ਜਾਣ ਕੇ, ਤਾਂ ਮੈਂ ਉਸ 'ਤੇ ਬੜੀ ਕਿਰਪਾ ਕਰਦਾ। ਜੀ ਇਦੋਂ ਵੱਧ ਵੀ ਆ? ਕਹਿੰਦੇ ਹਾਂ, ਇਦੋਂ ਵੱਧ ਤਾਂ ਫਿਰ ਮੈਂ ਅੰਮ੍ਰਿਤ ਦੀ ਦਾਤ ਦੇ ਕੇ ਉਹਨੂੰ ਆਪਦਾ ਹੀ ਬਣਾ ਲੈਣਾ, ਇੱਕ ਮੇਕੀ ਕਰ ਲੈਣਾ। ਕਹੋ ਸਤਨਾਮ ਸ੍ਰੀ। ਪੂਰਨ ਕਿਰਪਾ ਕੀ ਹੈ? ਗੁਰੂ ਵਾਲੇ ਬਣ ਕੇ ਗੁਰੂ ਦੇ ਵਿੱਚ ਮਿਲ ਜਾਣਾ। ਕਹੋ ਸਤਨਾਮ ਸ੍ਰੀ। ਪੂਰਨ ਕਿਰਪਾ ਪ੍ਰਭ ਕਰੀ, ਕਰ ਗਹਿ ਲੀਨੇ, ਮੈਂ ਉਹਨਾਂ ਦਾ ਹੱਥ ਫੜ ਲੈਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਗੁਰੂ ਪਰਮੇਸ਼ਰ ਉਹਨਾਂ ਦੀ ਬਾਂਹ ਫੜ ਲੈਂਦਾ, ਜਿਵੇਂ 9ਵੇਂ ਪਾਤਸ਼ਾਹ ਨੇ ਫੜੀ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ।
बाहे जिन्हां दी पकड़ी है, सिर दीजै बाहे न छोड़ी है। तेग बहादुर बोलिया धर पई है, धर्म ना छोड़ीए। अपना धर्म नहीं छड्डना, भावें मर जाइए। ते कितनियां शहीदियां होईयां धर्म नूं बचाउण वास्ते। कहो सतनाम श्री। अपने धर्म नूं कायम रखण वास्ते बहुत सारियां ਸਿੰਘਾਂ ने ਸਿੰਘਣੀਆਂ ने अपनियां जानां वारतियां, पर धर्म नहीं छड्डिया। सिर जाए तां जाए, मेरा सिक्खी सिदक ना जाए। मेरे प्रीतम जी कहंदे कर गह लीने सिखो, परमेश्वर उन्हां दी बांह फड़ लैंदा है। हर जसो दीने, ते बांह फड़न दा मतलब मुरचा फड़ना कहंदे नहीं, बस ये निशानी है। ਜਿਹੜੇ नाम जपदे है उन्हां दी गुरु ने बांह फड़ी हुई है, जे नहीं जपदे वो आवारा होए होए आ। कोई सतनाम, उन्हां दी बांह छड्डी हुई है, जा खेड। जिवें किसी जवाक तो कोई तंग आ करे, जा वग जा खेड ला बाहर जाके। ते जिन्हां नूं प्यार करदे आ उन्हां नूं बुकल च लैके रखदे आ। कोई सतनाम श्री आपदे बना लैंदे आ। इस करके सतगुरु पातशाह जी कहने सिखो, फिर परमेश्वर उन्हां दी बांह फड़ लैंदा है, उन्हां नूं अपना जस दिंदा करन वास्ते, नाम दी दात दिंदा उन्हां नूं। ते जिहड़े बाहर निकल जाते हैं बांह छड़ा के महाराज तो, वो भटकते हैं, वो किते ना किते फस भी जाते हैं। इस करके गुरु जिन्हां ते कृपा करदा है, माँ प्यो की न्याई, जिवें छोटा जिहा बच्चा भलूंगड़े च पिया है, पींगे च पिया है, मंजी ते पिया है, ते घर दे विच काम करदी होई माँ रोटियां पकाउंदी, झाड़ू मारदी, भांडे मांजदी, उहदा ध्यान कित्थे हुंदा है? उस निक्के बच्चे ते किते रो तां नहीं रहा, किते मंजी तो डिग ना पवे, उहदा पूरा ध्यान 100% उस बच्चे विच रहिंदा है। कहो सतनाम श्री। ऐदां ही परमेश्वर ध्यान रखदा है अपने प्यारियां दा, हर जुग जुग भगत उपाया पैज रखदा आया। राम राजे हरनाकश दुष्ट हर मारिया, प्रहलाद तराया, हंकारियां निंदकां पिठ दे नाम देओ, मुख लाया जन नानक ऐसा सेविया अंत ले छड़ाया। सतगुर तां किड्डा वड्डा वादा करदे है, कहंदे सिखा जी तू मरदा भी कह दे ना वाहिगुरू तैनूं मैं जमा तो छड़ा के ले जाऊँगा। कहो सतनाम श्री। एक चीत जे एक चिन ध्यायो, काल फास के बीच ना आयो। अजामल ने मरदे ने कहा सी नरैण बचाओ, भावें आपदे बच्चे नूं आवाज़ मारी सी, पर परमेश्वर नूं आपदे नाम दी लाज सी, वो बचा के लै गया जमा तो। कहो सतनाम श्री। प्रीतम जी कहंदे कर गह लीने हर जसो दीने, उन्हां नूं हरी अपना जस दिंदा है, सिफत दिंदा है। जोड़ न धावै नह मरी, ना उन्हां नूं दुबारे जूना विच आउणा पैंदा, ना मरना पैंदा, ना जमना पैंदा। वो हरी विच मिल के हरी दा रूप हो जाते हैं। सतगुर दयाल किरपाल भेटत, ते हरी एक होर ढंग नाल भी किरपा करदा, जिन्हां ते हरी किरपा करदा उन्हां नूं गुरु दा, साधुआं दा, नाम जपण वालियां गुरमुखां दा मलाप कराउंदा है। कहो सतनाम। ये भी हरी दी किरपा है। तुमरी किरपा ते मानुख देह पाई है, पहला उन्हें आ किरपा की, पशुआं चों कढ के बंदा बनाता। कहो सतनाम श्री। फिर सिख याद करे भी यार किरपा की, मैनू बंदा बनाया, हुण मैं अगली किरपा भी ले ला, ते अगली किरपा फिर मंगनी पैनी आपां नूं। देहो दर्श हर राया, जे तू किरपा करके बंदा बनाया तो दर्शन भी दे दे। आ जिहड़ी सिंधी संगत ने आके बेनती की आ, हठ मजाहू मां पिरी पस्से कहो दीदार, मैनू दर्शन भी तो परसन हो जाए, चन्न परसने हो जान तेरे। गुरु अर्जन देव जी कहते संत सरनाई लभणे, कोई ਉਹਦੇ प्यारिਆਂ ਦੀ लाभ करो, खोज करो, ਉਹਦੇ ਨਾਲ ਮਿਲਿਆ ਹੋਇਆਂ ਦੀ खोज करो, ਉਹ ਮਿਲਾ ਸਕਦੇ ਆ। ਤੇ खोज ਕਰਨ ਵਾਸਤੇ ਦੂਰ ਜਾਣ ਦੀ ਲੋੜ ਨਹੀਂ, ਗੁਰਬਾਣੀ ਦੇ ਵਿੱਚ ਵੀ ਬਿਰਾਜਮਾਨ ਹੈ। ਕਹੋ ਸਤਨਾਮ ਸਿੰਘ। ਗੁਰਬਾਣੀ ਦੇ ਵਿੱਚੋਂ ਮਾਰਗ ਦਰਸ਼ਨ ਲੈ ਲਓ, ਤੁਹਾਨੂੰ ਗੁਰਬਾਣੀ ਮਿਲਾਉਣ ਵਾਸਤੇ ਹੀ ਆਈ ਹੈ। ਪ੍ਰੀਤਮ ਜੀ ਕਹਿੰਦੇ सतगुर दयाल किरपाल, फिर हरी किरपा करदा गुरु नूं मिलाउंदा है। इसे गल नूं गुरु अर्जन देव महाराज जी ने
ਸਾਡੇ ਵਾਸਤੇ ਅਰਦਾਸ ਰੂਪ ਸ਼ਬਦ ਲਿਖਿਆ। ਕਿੱਡਾ ਵੱਡਾ ਕਾਰਜ ਕੀਤਾ ਗੁਰੂ ਅਰਜਨ ਦੇਵ ਜੀ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਜਿੰਨੀ ਬਾਣੀ ਸੀ ਗੁਰੂਆਂ ਦੀ, ਸੱਚ ਦੀ ਬਾਣੀ ਸੀ, ਉਹਨੂੰ ਇੱਕ ਬੀੜ ਬੰਨੀ, ਇਕੱਤਰ ਕੀਤਾ। ਅਤੇ ਇਕੱਤਰ ਕਰਨ ਤੋਂ ਬਾਅਦ ਸਾਰੀ ਬਾਣੀ ਅਖੀਰ 'ਤੇ ਜਾ ਕੇ ਭੋਗ ਤੋਂ ਪਹਿਲਾਂ ਕੀ ਲਿਖਦੇ ਨੇ? ਦੇਖੋ ਕਿੱਡੀ ਵੱਡੀ ਗੱਲ ਲਿਖਦੇ ਆ। ਕੰਮ ਕਿੱਡਾ ਵੱਡਾ ਤੇ ਨਿਮਰਤਾ ਕਿੰਨੀ। ਪਾਤਸ਼ਾਹ ਅਖੀਰ 'ਤੇ ਜਾ ਕੇ ਲਿਖਦੇ ਹਨ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ। ਮਤਲਬ ਇਹਦਾ ਸਿਹਰਾ ਪਰਮੇਸ਼ਰ ਨੂੰ ਦਿੰਦੇ ਹਨ ਕਿ ਤੂੰ ਕਿਰਪਾ ਕਰਕੇ ਮੈਥੋਂ ਆ ਸੇਵਾ ਕਰਾ ਲਈ। ਕੋ ਸਤਨਾਮ ਸੀ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ। ਪਹਿਲਾਂ ਮੈਨੂੰ ਜੋਗ ਕੀਤਾ, ਪਸ਼ੂਆਂ 'ਚੋਂ ਬੰਦੇ ਦੇ ਜੋਗ ਸਮਝਿਆ, ਮੈਨੂੰ ਬੰਦਾ ਬਣਾਤਾ। ਕੋ ਸਤਨਾਮ ਸੀ, ਇਹ ਵੀ ਹੈ ਇਹਦਾ ਅਰਥ। ਮੈਂ ਨਿਰਗੁਣੇ ਆਰੇ ਕੋ ਗੁਣ ਨਾਹੀ। ਇਹ ਕੋਈ ਮੈਂ ਫੀਸ ਤਾਂ ਨਹੀਂ ਭਰੀ ਕਿ ਮੈਨੂੰ ਬੰਦਾ ਬਣਾ ਦੇ। ਹੁਣ ਮੈਂ ਤਾਂ ਔਗਣਾ ਦਾ ਭਰਿਆ ਸੀਗਾ, ਪਤਾ ਨਹੀਂ ਤੂੰ ਕਿਹੜੀ ਦਇਆ ਦੇ ਘਰ 'ਚ ਆ ਕੇ ਮੈਨੂੰ ਬੰਦਾ ਬਣਾਤਾ। ਕੋ ਸਤਨਾਮ ਸੀ, ਮੈਂ ਤਾਂ ਔਗਣਹਾਰਾ ਸੀ। ਮੈਂ ਨਿਰਗੁਣੇ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤੂੰ ਤਰਸ ਕੀਤਾ, ਹੋਰ ਤਰਸ ਕੀਤਾ, ਫਿਰ ਤੂੰ ਅੱਗੇ ਮੇਹਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ, ਗੁਰੂ ਮਿਲਾਤਾ, ਮਾਰਗ ਦਰਸ਼ਕ ਮਿਲਾਤਾ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿੱਧਰੋਂ ਕਿੱਧਰ ਜਾਵਾਂ। ਕੋਈ ਸਤਨਾਮ, ਇਹ ਰਸਤਾ ਦੱਸਣ ਵਾਲਾ ਗੁਰੂ ਮਿਲਾਤਾ। ਹਨੇਰੇ 'ਚੋਂ ਚਾਨਣ ਵੱਲ ਲਿਜਾਣ ਵਾਲਾ ਗੁਰੂ। ਗੁਰੂ ਦਾ ਅਰਥ ਹੈ ਹਨੇਰੇ 'ਚੋਂ ਚਾਨਣ ਵੱਲ ਲੈ ਕੇ ਜਾਣ ਵਾਲਾ। ਗੋ ਗੁਪ ਹਨੇਰਾ, ਰੂ ਰੋਸ਼ਨੀ। ਜਿਹੜਾ ਸਾਨੂੰ ਹਨੇਰੇ 'ਚੋਂ ਰੋਸ਼ਨੀ ਵੱਲ ਲੈ ਕੇ ਜਾਂਦਾ ਉਹਨੂੰ ਗੁਰੂ ਕਹਿੰਦੇ ਆ। ਕੋ ਸਤਨਾਮ। ਮਾਰਗ ਦੇ ਵਿੱਚ ਬਹੁਤ ਸਾਰੇ ਗੁਰੂ ਮਿਲੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ, ਪਰਮੇਸ਼ਰ। ਖੈਰ ਫਿਰ ਕੀ ਹੋਇਆ? ਸਤਿਗੁਰ ਸੱਜਣ ਮਿਲਿਆ। ਅਤੇ ਹੁਣ ਅਗਲੀ ਬੇਨਤੀ ਤੁਸੀਂ ਫਿਰ ਕਰੋ, ਪੱਲਾ ਫੜ ਕੇ, ਬੁੱਕ ਕਰਕੇ, ਝੋਲੀ ਕਰਕੇ ਕਹੋ ਬੇਨਤੀ। ਹੁਣ ਸਤਿਗੁਰੂ ਮਿਲਾਤਾ ਅਤੇ ਹੁਣ ਤੇਰਾ ਨਾਮ ਤਾਂ ਦਵਾ ਦੇ ਇਹਦੇ ਕੋਲੋਂ ਬੇਨਤੀ ਕਰਕੇ। ਇਹਦੇ ਮਨ ਵਿੱਚ ਦਇਆ ਪਾ ਗੁਰੂ ਦੇ ਕਿ ਮੈਨੂੰ ਤੇਰਾ ਨਾਮ ਦੇ ਦੇਵੇ। ਕੋ ਸਤਨਾਮ ਸੀ, ਕਿਉਂਕਿ ਉਹਦੇ ਹੁਕਮ ਤੋਂ ਬਗੈਰ ਤਾਂ ਗੁਰੂ ਵੀ ਕਿਰਪਾ ਨਹੀਂ ਕਰਦਾ। ਦੋਨੇ ਰਲ ਕੇ ਕਿਰਪਾ ਕਰਦੇ ਆ, ਗੁਰੂ ਤੇ ਪਰਮੇਸ਼ਰ। ਕੋ ਸਤਨਾਮ ਸੀ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ। ਕਾਹਦੇ ਵਾਸਤੇ? ਤਨ ਮਨ ਥੀਵੈ ਹਰਿਆ, ਤਾਂ ਤੇ ਮੇਰਾ ਤਨ ਮਨ ਹਰਾ ਭਰਾ ਹੋ ਜਾਵੇ, ਆਨੰਦ ਆ ਜਾਵੇ ਮੇਰੇ ਹਿਰਦੇ ਵਿੱਚ। ਮੈਂ ਜਿਹੜਾ ਉਦਾਸ ਰਹਿਣਾ, ਦੁਖੀ ਰਹਿਣਾ, ਇਹ ਦੁੱਖਾਂ ਦਾ ਖਾਤਮਾ ਹੋ ਜਾਵੇ। ਤਾਂ ਇਸੇ ਵਿੱਚ ਵੀ ਇਹੀ ਗੱਲ ਲਿਖਦੇ ਆ ਅਖੀਰ 'ਤੇ। ਫਿਰ ਜਦ ਗੁਰੂ ਕਿਰਪਾ ਕਰਦਾ ਹੈ, ਸਤਿਗੁਰ ਦਿਆਲ ਕਿਰਪਾਲ ਭੇਟਤ। ਪਰਮੇਸ਼ਰ ਨੇ ਕਿਰਪਾ ਕੀਤੀ, ਗੁਰੂ ਨਾਲ ਮਿਲਾਤਾ। ਜਿਵੇਂ ਸਿੰਧੀ ਲੋਕ ਸਤਿਗੁਰੂ ਅਰਜਨ ਦੇਵ ਜੀ ਕੋਲ ਆਏ ਨੇ। ਕੋ ਸਤਨਾਮ ਸੀ। ਕੀ ਕਹਿੰਦੇ? ਜਦੋਂ ਗੁਰੂ ਦੇ ਕੋਲ ਆਏ, ਭੇਟਤ ਮਿਲਦਿਆਂ ਹੀ ਹਰੇ ਕਾਮ ਕ੍ਰੋਧ ਹਰੇ ਖੋਹ ਲਏ। ਵਿੱਚੋਂ ਵਿਕਾਰ ਖਿੱਚ ਲਏ ਗੁਰੂ ਨੇ ਸਾਰੇ। ਕੋ ਸਤਨਾਮ ਸੀ। ਸਿੱਖ ਦੇ ਹਿਰਦੇ 'ਚੋਂ ਵਿਕਾਰ ਖਿੱਚ ਲਏ, ਆਪਣੇ ਵੱਲ ਕੱਢ ਲਏ। ਕਾਮ ਕ੍ਰੋਧ ਹਰੇ ਤੇ ਲੋਭ ਮਾਰਿਆ, ਲਾਲਚ ਵੀ ਮਾਰ ਦਿੱਤਾ, ਲਾਲਚ ਵੀ ਖਤਮ ਕਰ ਦਿੱਤਾ। ਕਥਨ ਨਾ ਜਾਏ ਅਕਥ ਸੁਆਮੀ। ਗੁਰੂ ਅਰਜਨ ਦੇਵ ਜੀ ਅਖੀਰ 'ਤੇ ਫੇਰ ਕਹਿੰਦੇ, ਸਿੱਖੋ ਮੈਂ ਉਸ ਪਰਮੇਸ਼ਰ ਦੀ ਮਹਿਮਾ ਪੂਰੀ ਨਹੀਂ ਕਰ ਸਕਦਾ, ਇਸ ਕਰਕੇ ਇੱਥੇ ਰੋਕਦਾ ਹਾਂ। ਕੋ ਸਤਨਾਮ ਸ੍ਰੀ। ਕਥਨ ਨਾ ਜਾਏ, ਮੈਂ ਉਹਦੇ ਬਾਰੇ ਤੁਹਾਨੂੰ ਕਿਵੇਂ ਦੱਸਾਂ ਸਿੱਖੋ। ਕਥਨ ਨਾ ਜਾਏ ਅਕਥ ਸੁਆਮੀ, ਸਦਕੈ ਜਾਏ ਨਾਨਕ ਵਾਰਿਆ। ਬਸ ਮੈਂ ਉਹ ਤੋਂ ਬਲਿਹਾਰੇ ਜਾਣਾ, ਉਹ ਤੋਂ ਸਦਕੇ ਜਾਣਾ। ਉਹ ਬੜਾ ਵਿਸ਼ਾਲ ਹੈ, ਬੜਾ ਬੇਅੰਤ ਹੈ, ਮੈਂ ਉਹਦੇ ਬਾਰੇ ਕਿਆ ਦੱਸਾਂ। ਬਸ ਨਾਮ ਜਪਿਆ ਕਰੋ। ਅਤੇ ਫਿਰ ਕਿਰਪਾ ਕੀ ਤੋਂ ਲਈ? ਸਿੰਧੀ ਲੋਕਾਂ ਨੇ ਗੁਰੂ ਅਰਜਨ ਦੇਵ ਜੀ ਤੋਂ। ਕੋ ਸਤਨਾਮ ਸੀ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਨਾਮ ਦੀ ਦਾਤ ਦਿੱਤੀ, ਉਸ ਪਰਮੇਸ਼ਰ ਨਾਲ ਮਿਲਣ ਦਾ ਢੰਗ ਦੱਸਿਆ, ਅਤੇ ਨਾਮ ਜਪਦੀਆਂ ਹੋਈਆਂ ਉਹ ਰੂਹਾਂ ਵੀ ਪਰਮੇਸ਼ਰ ਨਾਲ ਮਿਲ ਗਈਆਂ। ਇਹ ਸ਼ਬਦ ਸੰਪੂਰਨ ਹੋਇਆ। ਅੱਗੇ ਅਗਲਾ ਸ਼ਬਦ ਚੱਲਦਾ ਹੈ, ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ। ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ। ਅਸੀਂ ਸਾਰੇ ਵਪਾਰੀ ਹਾਂ,
ਕਿਸੇ ਵਣਜਾਰੇ ਨਾਲ ਚੌਥੇ ਪਾਤਸ਼ਾਹ ਦੀ ਗੱਲ ਹੋਈ ਆ ਤੇ ਉਹਨਾਂ ਨੂੰ ਚੌਥੇ ਪਾਤਸ਼ਾਹ ਦੱਸਦੇ ਨੇ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋਇ ਜੀਓ। ਇਹ ਨਾਮ ਕੀ ਕੁਝ ਕਰਦਾ ਹੈ? ਅੱਗੇ ਚੌਥੇ ਪਾਤਸ਼ਾਹ ਜੀ ਦੱਸਦੇ ਨੇ ਫਿਰ ਇਹ ਨਾਮ ਕੀ ਕੁਝ ਕਰਦਾ ਹੈ, ਇਹ 'ਚ ਕਿੰਨੀ ਕੁ ਪਾਵਰ ਹੈ, ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੀ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।